सत श्री अकाल। तुसीं पंजाबिस्तान टीवी देख रहे हो। मैं तुहाडे नाल सुखविंदर सिंह, मेरे नाल पंजाबी ट्रिब्यून दे सीनियर पत्रकार सरदार हमीर सिंह मौजूद ने। असीं गलबात करांगे मॉनसून सैशन दे विचाले जिहड़ी चर्चा हो रही है कि बीजेपी नूं भारती जसूस पार्टी किया जा रहा है। एक रिपोर्ट आई है पैक्सस की, वो रिपोर्ट की है, किनू किनू निशाना बनाया गया है, किहड़े-किहड़े पत्रकार किहड़े-किहड़े लीडर ने, उन्हां सारियां उत्ते कि आखिरकार सरकार की इहदे विच इनवॉल्व है जां नहीं। ते रिपोर्ट पार्लीमेंट के सैशन तो बिल्कुल एंड पहला ते फिर पार्लीमेंट सैशन दे विच इहदा रौला पैना, उधर किसानी अंदोलन चल रहा है, इन्हां सारियां दा तालमेल की आ, इस उत्ते असीं गलबात करांगे। स्वागत है तुहाडा हमीर सिंह जी पंजाबिस्तान टीवी। जी शुक्रिया सुखविंदर। हमीर सिंह जी, की लगदा है पैगासस की जिहड़ी रिपोर्ट है, सब तो पहला वो खुल के आपां उहदे ते चर्चा करिए कि रिपोर्ट दे विच की कुछ है ते किनू किनू निशाना बनाया गया। असल दे विच वो रिपोर्ट जिहड़ी ये है कि एक एजेंसी है जिहड़ी इजराइल दी NSO जिन्हों कहा जाता, ਉਹਦੇ ਨਾਲ मिल के ਜਾਂ ਉਹਦੇ ਰਾਹੀਂ ਜਿਹੜੇ ਵੱਖ-ਵੱਖ किस्म ਦੇ ਬਾਕੀ ਦੇਸ਼ਾਂ 'ਚ ਵੀ ਇਹ ਹੁੰਦਾ ਤੇ ਸਾਡੇ ਦੇਸ਼ ਦੇ ਵਿੱਚ ਵੀ ਇਹ ਮਾਮਲਾ ਹੈ। ਇਹ ਦੁਨੀਆ ਪੱਧਰ ਦਾ ਜਿਹੜੇ ਕਈ ਮੀਡੀਆ ਹਾਊਸਸ ਨੇ ਇਕੱਠੇ ਹੋ ਕੇ ਜਿਹੜੇ ਮੀਡੀਆ ਲਈ ਕੰਮ ਕਰਦੇ ਲੋਕ ਨੇ, ਉਹਨਾਂ ਨੇ ਇੱਕ ਕੰਸੋਰਟੀਅਮ टाइप मतलब एक ਸਾਂਝ पैदा की है कि ਆਪਾਂ रल के ਤੇ खोज करिए की किथे हो रहे हैं। ਜਦੋਂ ਇਸ ਪਾਸੇ ਵੱਲ ਉਹ ਕਰ ਰਹੇ ਸੀ ਤਾਂ ਉਹਨਾਂ ਨੂੰ ਇਹ ਗੱਲ ਪਤਾ ਲੱਗੀ ਕਿ ਫਲਾਣੇ ਕੁਝ ਬੰਦਿਆਂ ਦੇ ਜਿਹੜਿਆਂ ਦੇ ਨਾਂ ਨੇ, ਉਹਨਾਂ ਦੇ ਫੋਨ ਜਿਹੜੇ ਨੇ ਉਹ ਕੰਪਰੋਮਾਈਜ਼ ਹੋਏ ਨੇ। ਮਤਲਬ ਫੋਨਾਂ ਦੇ ਵਿੱਚ ਉਹਨਾਂ ਦੇ ਵਿੱਚ ਕਿਸੇ ਨੇ ਕੋਈ ਹੋਰ ਚੀਜ਼ ਭਰ ਦਿੱਤੀ ਗਈ ਹੈ ਜਾਂ ਉਹ ਟ੍ਰੇਸ ਹੋ ਰਹੇ ਨੇ ਜਾਂ ਉਹਨਾਂ ਦੀਆਂ ਕਾਲਾਂ ਨੇ ਜਾਂ ਜਿਹੜਾ ਉਹਦੇ ਸੂਚਨਾ ਜਿਹੜੀ ਫੋਨ ਦੀ ਉਹ ਕਿਤੇ ਹੋਰ ਇਕੱਠੀ ਕੀਤੀ ਜਾ ਰਹੀ। ਇਹਦੇ 'ਚ ਫਿਰ ਉਹਨਾਂ ਨੇ ਇਹ ਵੀ ਕੀਤਾ ਨਾਲ, ਕੱਲਾ ਇੰਨਾ ਨਹੀਂ ਛੱਡਿਆ, ਉਹ ਬਹੁਤ ਸਾਰੇ ਫੋਨ ਮੰਗਵਾ ਕੇ ਲੈਬੋਰਟਰੀਆਂ 'ਚ ਚੈੱਕ ਕੀਤੇ ਨੇ, ਮਤਲਬ ਉਸ ਪੱਧਰ ਦੇ ਉੱਤੇ ਕਿ ਵਾਕਈ ਉਹ ਗੱਲ ਸਹੀ ਹੈ ਜਾਂ ਨਹੀਂ ਸਹੀ ਹੈ। ਜਦੋਂ ਉਹਨਾਂ ਨੂੰ ਸਾਬਤ ਹੋ ਗਿਆ ਕਿ ਵਾਕਈ ਉਹਨਾਂ ਫੋਨਾਂ ਨਾਲ ਕੋਈ ਛੇੜਛਾੜ ਚਾਹੇ ਦੂਰੋਂ ਵੀ ਹੋਈ ਹੈ ਜਾਂ ਇੱਥੋਂ ਹੋਈ ਹੈ, ਉਹ ਵਾਜਬ ਹੈ। ਉਦੋਂ ਬਾਅਦ ਫਿਰ ਇਹ ਆਏ ਨੇ ਸਾਡੇ ਇੰਡੀਆ ਦੇ ਲਗਭਗ 300 ਨਾਮ ਆ ਚੁੱਕੇ ਨੇ। ਮਤਲਬ ਹੌਲੀ ਹੌਲੀ ਸ਼ਾਇਦ ਹੋਰ ਵੀ ਅੱਗੇ ਵਧਣ, ਜਿਹਦੇ ਵਿੱਚ ਨਾ ਕੇਵਲ ਕੱਲੀਆਂ ਆਪੋਜੀਸ਼ਨ ਪੋਲੀਟੀਕਲ ਪਾਰਟੀਆਂ ਨੇ, ਜਿਵੇਂ ਰਾਹੁਲ ਗਾਂਧੀ ਦਾ ਆਇਆ, ਪ੍ਰਸ਼ਾਂਤ ਕਿਸ਼ੋਰ ਦਾ ਆਇਆ, ਰਾਹੁਲ ਗਾਂਧੀ ਦੇ ਨਿੱਜੀ ਦੋਸਤਾਂ ਮਿੱਤਰਾਂ ਦਾ ਵੀ ਆਇਆ ਵਿੱਚ ਨਾਮ। ਉਹਦੇ ਨਾਲ ਨਾਲ ਗੌਰਮੈਂਟ ਦੇ ਵੀ ਕੁਝ ਮੰਤਰੀਆਂ ਦਾ ਤੇ ਕੁਝ ਅਧਿਕਾਰੀਆਂ ਦਾ ਵੀ ਨਾਮ ਆਇਆ, ਜਿਵੇਂ ਸਮ੍ਰਿਤੀ ਇਰਾਨੀ ਵਗੈਰਾ, ਜਿਹੜੇ ਵੀ ਵੱਖ-ਵੱਖ ਟਾਈਪ ਦੇ ਲੋਕ ਹੋਰ ਨੇ। ਈਵਨ ਆਹ ਵੀ ਜਿਹੜਾ IT ਮਿਨਿਸਟਰ ਹੁਣ ਬਣਿਆ, ਇਹਦੇ ਵੀ ਨਾਲ ਵੀ ਰਿਲੇਟਡ ਕੁਝ ਬੰਦਿਆਂ ਦਾ ਫੋਨ ਟਾਈਪ ਹੋਣ ਦੀ ਗੱਲ ਹੋਈ ਹੈ। ਤੇ ਇਹਦੇ ਤੋਂ ਇਲਾਵਾ ਜਿਹੜੇ ਐਕਟਿਵਿਸਟ ਨੇ ਜਾਂ ਪੱਤਰਕਾਰ ਨੇ, ਉਹਨਾਂ ਦਾ ਨਾਂ ਮਤਲਬ ਆਇਆ। ਕਾਫੀ ਪੱਤਰਕਾਰ ਨੇ, ਜਿਵੇਂ ਵਾਇਰ ਦੇ ਨੇ 3, ਇੰਡੀਅਨ ਐਕਸਪ੍ਰੈਸ ਦੇ ਨੇ, ਹਿੰਦੁਸਤਾਨ ਟਾਈਮ ਦੇ ਵੱਖ-ਵੱਖ, ਪੰਜਾਬੀ ਦੇ ਵੀ ਇੱਕ ਪੱਤਰਕਾਰ ਦਾ ਜਿਹੜੇ ਪਹਿਰੇਦਾਰ ਅਖਬਾਰ ਦਾ ਸੰਪਾਦਕ ਹੈ ਜਸਪਾਲ ਹੇਰਾ, ਉਹਦਾ ਨਾਮ ਵੀ ਹੈ। ਔਰ ਵੱਖ-ਵੱਖ ਟਾਈਪ ਦੇ ਨਾਮ ਨੇ। ਕੁਝ ਫ੍ਰੀਲਾਂਸਰ ਪੱਤਰਕਾਰ ਨੇ ਜਿਨ੍ਹਾਂ, ਜਿਵੇਂ ਇੱਕ ਮੁੰਡੇ ਨੇ ਝਾਰਖੰਡ ਤੋਂ ਕਾਫੀ ਠੀਕ-ਠਾਕ ਸਟੋਰੀਆਂ ਗਰਾਊਂਡ ਦੀਆਂ ਕੀਤੀਆਂ ਉਦੋਂ, ਉਹਨਾਂ ਦਾ ਵੀ ਹੈ। ਹਾਲਾਂਕਿ ਉਹ ਤੇ UAPA ਲਾ ਕੇ ਵੀ ਉਹ ਅੰਦਰ ਬੰਦ ਸੀ ਉਹਨਾਂ ਦਿਨਾਂ ਦੇ ਵਿੱਚ। ਇਹ ਸਾਰਾ ਇੱਕ ਸਵਾਲ ਇਹ ਹੈ ਕਿ ਜਿਹੜੇ ਵੀ ਬੰਦਿਆਂ ਦੇ ਉਹਨਾਂ ਨੂੰ ਤੌਖਲਾ ਲੱਗਦਾ ਕਿ ਉਹ ਕੀ ਕਰਦੇ ਨੇ, ਕੀ ਉਹਨਾਂ ਦੀ ਕਾਰਜ ਪ੍ਰਣਾਲੀ ਹੈ, ਕਿਹਨੂੰ ਮਿਲਦੇ ਨੇ, ਕਿਹਦੇ ਨਾਲ ਗੱਲ ਕਰਦੇ ਨੇ, ਉਹ ਤਮਾਮ ਸੂਚਨਾਵਾਂ ਜਿਹੜੀਆਂ ਨੇ, ਇਹ ਕਿਹਾ ਜਾ ਰਿਹਾ ਕਿ ਉਹ ਇੱਕ ਜਗ੍ਹਾ ਇਕੱਠੀਆਂ ਹੋਣ ਦਾ ਖਦਸ਼ਾ ਹੈ ਉਹਨਾਂ ਨੂੰ। ਔਰ ਫੋਨ ਕੰਪਰੋਮਾਈਜ਼ ਨੇ, ਇਹ ਡਾਟਾ ਤੈਅ ਹੈ। ਕਿੰਨੀ ਇਨਫੋਰਮੇਸ਼ਨ ਲੈ ਚੁੱਕੇ ਨੇ, ਨਹੀਂ ਲੈ ਚੁੱਕੇ, ਅਜੇ ਜਾਂਚ ਦਾ ਵਿਸ਼ਾ ਵੀ ਕਿੰਨੀ ਚੀਜ਼ ਉਹਨਾਂ ਕੋਲ ਚਲੀ ਗਈ ਹੈ, ਕਿੰਨੀ ਨਹੀਂ ਚਲੀ। ਇਹਨੂੰ ਦੁਨੀਆ ਲੈਵਲ ਤੇ ਵੀ ਔਰ ਸਾਡੇ ਦੇਸ਼ ਦੇ ਕਾਨੂੰਨ ਦੇ ਮੁਤਾਬਕ ਇਹ ਗੈਰ ਕਾਨੂੰਨੀ ਹੈ ਸਾਰਾ ਸੈਟਅਪ। ਔਰ ਇਹਨੂੰ ਇਸ ਲਈ ਵੀ ਇਹ ਉਠਾਇਆ ਜਾ ਰਿਹਾ ਕਿ ਜੇ ਕੋਈ ਬਾਹਰਲੀ ਏਜੰਸੀ ਵੀ ਇਹਦੇ ਚ ਇਨਵੋਲਵ, ਦੋ ਪੱਖ ਨੇ ਇਹਦੇ, ਬਾਹਰਲੀ ਏਜੰਸੀ ਵੀ ਇਹਦੇ ਚ ਸ਼ਾਮਲ ਹੈ, ਤਾਂ ਉਹ ਮਾਮਲਾ ਬਣਦਾ ਦੇਸ਼ ਦੀ ਸੁਰੱਖਿਆ ਨਾਲ ਸੰਬੰਧਿਤ ਕਿ ਤੁਸੀਂ ਇੱਕ ਪਾਸੇ ਰਾਸ਼ਟਰਵਾਦ ਜਾਂ ਦੇਸ਼ ਦੀ ਮਜ਼ਬੂਤੀ ਦੀ ਗੱਲ ਕਰਦੇ ਹੋ, ਪਰ ਦੂਜੇ ਪਾਸੇ ਇਹ ਜਿਹੜੀ ਸਿਕਿਉਰਿਟੀ ਹੈ ਦੇਸ਼ ਦੀ, ਤੁਸੀਂ ਸਾਰੀਆਂ ਸੂਚਨਾਵਾਂ, ਸਾਰਾ ਕੁਝ ਜੋ ਵਾਪਰ ਰਿਹਾ ਉਹ ਬਾਹਰ ਇਜਾਜ਼ਤ ਦੇ ਰਹੇ ਹੋ। ਤੇ ਦੂਜਾ ਪਹਿਲੂ ਇਹਦੇ ਵਿੱਚ ਇਹ ਹੈ ਕਿ ਜਿਹੜਾ ਆਪਣੇ ਦੇਸ਼ ਦੇ ਸੰਵਿਧਾਨ ਜਾਂ ਕਾਨੂੰਨ ਦੇ ਮੁਤਾਬਕ ਜਿਹੜਾ ਪ੍ਰਾਈਵੇਟ ਨਿੱਜੀਕਰਨ ਦਾ ਜਿਹੜਾ ਨਿੱਜਤਾ ਦਾ ਕਾਨੂੰਨ ਹੈ, ਨਿੱਜਤਾ ਦਾ ਜਿਹੜਾ ਕਾਨੂੰਨ ਹੈ, ਉਹ ਫੰਡਾਮੈਂਟਲ ਰਾਈਟ ਦੇ ਤੌਰ ਤੇ ਸੁਪਰੀਮ ਕੋਰਟ ਨੇ ਕਿਹਾ ਕਿ ਇਹ ਬੰਦੇ ਤੇ ਇੱਕ ਆਪਣਾ ਮਤਲਬ ਉਹ ਹੈ ਕਿ ਪ੍ਰੈਰੋਗੇਟਿਵ ਹੈ, ਉਹ ਕਿਸੇ ਨੂੰ ਦੱਸਣਾ ਚਾਹੁੰਦਾ, ਕੁਝ ਚੀਜ਼ਾਂ ਨਹੀਂ ਦੱਸਣਾ ਚਾਹੁੰਦਾ, ਸਾਰੀਆਂ ਚੀਜ਼ਾਂ ਜਗਜ਼ਾਰ ਨਹੀਂ ਕੀਤੀਆਂ ਜਾ ਸਕਦੀਆਂ। ਆਧਾਰ ਕਾਰਡ ਦੇ ਜਜਮੈਂਟ ਦੇ ਵਿੱਚ ਇਹੀ ਗੱਲ ਆਈ ਸੀ ਕਿ ਜਿਹੜਾ ਨਿੱਜਤਾ ਹੈ, ਪ੍ਰਾਈਵੇਸੀ ਹੈ, ਪ੍ਰਾਈਵੇਸੀ ਨੂੰ ਨਹੀਂ। ਹਾਂ, ਸਾਡੇ ਇੱਕ ਪ੍ਰੋਸੀਜਰ ਹੈ
ਜੇ ਦੇਸ਼ ਦੀ ਸੁਰੱਖਿਆ ਨੂੰ ਖਤਰਾ ਜਾਂ ਹੋਰ ਹੋਵੇ ਤਾਂ ਉਹ ਪੁਲਿਸ ਵਾਲੇ ਇੱਕ ਕੁਝ ਦਿਨ ਲਈ ਪੁਲਿਸ ਦਾ ਇੱਕ ਅਫਸਰ ਖਾਸ ਵੱਡੇ ਪੱਧਰ ਦਾ ਉਹਦੀ ਪਰਮਿਸ਼ਨ ਨਾਲ ਟਾਈਪ ਹੋ ਸਕਦੇ ਨੇ ਫੋਨ, ਫਿਰ ਹੋਮ ਸੈਕਟਰੀ ਦੀ ਪਰਮਿਸ਼ਨ ਨਾਲ ਕੁਝ ਦਿਨਾਂ ਲਈ ਹੋ ਸਕਦੇ ਨੇ। ਉਹਦਾ ਇੱਕ ਪ੍ਰੋਸੀਜਰ ਹੈ, ਉਹਨੂੰ ਰਿਕਾਰਡ ਕਿਹਾ ਜਾਂਦਾ ਕਿ ਇਹਦਾ ਕਰਨਾ ਜ਼ਰੂਰੀ ਸੀ ਜਾਂ ਇਹਦਾ ਕਰਨਾ। ਹੁਣ ਇੱਕ ਉਹ ਵੀ ਵਾਇਲੇਟ ਹੋਇਆ, ਮਤਲਬ ਕਾਨੂੰਨ ਦੀ ਵੀ ਉਲੰਘਣਾ ਜੇਕਰ ਤੁਸੀਂ ਇਸ ਲੈਵਲ ਤੇ ਬੰਦਿਆਂ ਨੂੰ ਉਹ ਕਰਦੇ ਹੋ। ਤੇ ਇਹਦੇ ਚ ਕੁਝ ਸੰਵਿਧਾਨਕ ਪੋਸਟਾਂ ਤੇ ਬੈਠੇ ਬੰਦਿਆਂ ਦੀਆਂ ਵੀ ਮਤਲਬ ਸੂਚਨਾਵਾਂ ਕੰਪਰੋਮਾਈਜ਼ ਹੋਈਆਂ ਨੇ। ਇਹ ਸਾਰੇ ਪੱਖ ਤੋਂ ਇਹ ਕਿਹਾ ਜਾ ਰਿਹਾ, ਉਹ ਜਿਹੜੇ ਕਰ ਰਹੇ ਨੇ ਕੰਪਨੀ, ਉਹ ਕਹਿੰਦੇ ਨੇ ਵੀ ਅਸੀਂ ਤਾਂ ਆਫੀਸ਼ੀਅਲ ਡਾਟਾ ਜੋ ਵੀ ਸਾਨੂੰ ਕੋਈ ਗਵਰਨਮੈਂਟ ਅਧਿਕਾਰਤ ਤੌਰ ਤੇ ਕਹਿੰਦੀਆਂ ਨੇ, ਅਸੀਂ ਉਹ ਇਕੱਠਾ ਕਰਦੇ ਹਾਂ ਤੇ ਉਹ ਉਹਨਾਂ ਨੂੰ ਹੀ ਸੌਂਪ ਦਿੰਦੇ ਹਾਂ, ਅਸੀਂ ਕਿਸੇ ਨੂੰ। ਹੁਣ ਭਾਰਤ ਸਰਕਾਰ ਤੇ ਸਵਾਲ ਇਹ ਖੜਾ ਹੁੰਦਾ ਹੈ ਵੀ ਤੁਹਾਡੀ ਆਈਟੀ ਮਿਨਿਸਟਰੀ ਜਿਹੜੀ ਹੈ, ਕੀ ਉਹਨੇ ਕਰਵਾਇਆ ਜਾਂ ਗਵਰਨਮੈਂਟ ਆਫ ਇੰਡੀਆ ਦੀ ਕਿਸੇ ਏਜੰਸੀ ਨੂੰ ਇਹ ਚਾਹੀਦਾ ਸੀ ਉਹਨੇ ਕਰਵਾਇਆ? ਤੇ ਜੇ ਆਫੀਸ਼ੀਅਲੀ ਤੁਹਾਡੀ ਕਿਸੇ ਏਜੰਸੀ ਨੇ ਜਾਂ ਆਈਟੀ ਡਿਪਾਰਟਮੈਂਟ ਨੇ ਕਰਾਇਆ ਹੈ ਤਾਂ ਇਹਦੇ ਲਈ ਦੇਸ਼ ਦੀ ਸੁਰੱਖਿਆ ਦੇ ਵਿੱਚ ਸੇਧ ਲਾਉਣਾ ਔਰ ਜਾਂ ਜਿਹੜਾ ਨਿਜਤਾ ਦਾ ਹੱਕ ਹੈ ਮਨੁੱਖ ਦਾ ਪੰਜਾਬ ਦੇਸ਼ ਦੇ ਵਿੱਚ, ਉਹਦੀ ਵਾਇਲੇਸ਼ਨ ਕਰਨ ਲਈ ਸਰਕਾਰ ਜ਼ਿੰਮੇਵਾਰ ਕਿਉਂ? ਔਰ ਸਰਕਾਰ ਕਹਿ ਰਹੀ ਹੈ, ਮਿਨਿਸਟਰ ਨੇ ਬਿਆਨ ਪੜ੍ਹਿਆ, ਆਈਟੀ ਮਿਨਿਸਟਰ ਨੇ ਵੈਸ਼ਨਵ ਨੇ, ਕਿ ਸਰਕਾਰ ਦਾ ਕੋਈ ਲਾਗਾ ਦੇਗਾ ਨਹੀਂ, ਇਹ ਝੂਠ ਹੈ, ਸਾਡਾ ਇਹਦੇ ਨਾਲ ਕੋਈ ਲਾਗਾ ਦੇਗਾ। ਜੇ ਲਾਗਾ ਦੇਗਾ ਨਹੀਂ ਹੈ ਮਨ, ਫਿਰ ਵੀ ਉਦੋਂ ਵੀ ਖਤਰਨਾਕ ਗੱਲ ਹੈ ਕਿ ਤੁਹਾਡਾ ਇਹਦਾ ਮਤਲਬ ਪਕੜੇ ਹੈ ਨਹੀਂ ਤੁਹਾਡੇ ਦੇਸ਼ ਦੇ ਵਿੱਚ ਕੋਈ ਵੀ ਧਿਰ, ਕੋਈ ਵੀ ਬਾਹਰਲੀ ਏਜੰਸੀ ਜੋ ਮਰਜ਼ੀ ਡਾਟਾ ਇਕੱਠਾ ਕਰੀ ਜਾਂਦੀ ਹੈ, ਜੋ ਮਰਜ਼ੀ ਲੈ ਕੇ ਜਾ ਰਹੀ ਹੈ, ਤਾਂ ਗਵਰਨਮੈਂਟ ਵੈਸੇ ਫਲਾਓ ਇਹਦੇ ਤੋਂ ਵੀ ਉਹ ਮੁਕਤ ਨਹੀਂ ਨਾ ਹੋ ਸਕਦੀ ਉਸ ਜ਼ਿੰਮੇਵਾਰੀ ਤੋਂ। ਜ਼ਿੰਮੇਵਾਰੀ ਤਾਂ ਤੁਹਾਡੀ ਉਹ ਹੈ, ਜੇ ਮਿਲ ਕੇ ਕਰਦੇ ਹੋ ਤਾਂ ਖਤਰਨਾਕ ਹੈ, ਜੇ ਬਿਨਾਂ ਮਿਲੇ ਕਰਦੇ ਹੋ ਤਾਂ ਉਦੋਂ ਵੀ ਖਤਰਨਾਕ ਹੈ। ਉਸ ਤਰੀਕੇ ਦਾ ਕਿ ਤੁਸੀਂ ਤੁਹਾਡਾ ਕੋਈ ਗੌਰ ਹੀ ਨਹੀਂ ਹੈ, ਤੁਹਾਡੇ ਕੋਲ ਕੋਈ ਸਿਸਟਮ ਹੀ ਨਹੀਂ ਹੈ ਕਿ ਤੁਹਾਡਾ ਜਿਹੜਾ ਮਰਜ਼ੀ ਇਨਫੋਰਮੇਸ਼ਨ, ਜਿਹੜਾ ਡਾਟਾ ਮਰਜ਼ੀ ਕਿਤੋਂ ਵੀ ਲੈ ਜੇ, ਫਿਰ ਤਾਂ ਤੁਹਾਡੇ ਕਿਸੇ ਵੀ ਮਤਲਬ ਮਿਲਟਰੀ ਦੇ ਆਫੀਸਰ ਵੀ ਨੇ, ਬਾਕੀ ਲੋਕ ਵੀ ਨੇ, ਜਿਨ੍ਹਾਂ ਦਾ ਮਰਜ਼ੀ ਡਾਟਾ ਕੋਈ ਨਾ ਕੋਈ ਇਕੱਠਾ ਕਰੀ ਰੱਖੇ। ਇਸ ਕਰਕੇ ਇਹ ਗੱਲ ਬੜੇ ਬੁਰੀ ਤਰ੍ਹਾਂ ਫਸੀ ਹੋਈ ਗੱਲ ਹੈ ਕਿ ਗਵਰਨਮੈਂਟ ਡਿਨਾਇਲ ਮੋਡ ਚ ਕਹਿ ਰਹੀ ਹੈ ਕਿ ਅਸੀਂ ਨਹੀਂ ਕਰਦੇ, ਪਰ ਅਜੇ ਸਪਸ਼ਟ ਜਵਾਬ ਗਵਰਨਮੈਂਟ ਕੋਲ ਨਹੀਂ ਹੈ। ਬਿਲਕੁਲ। ਗ੍ਰਹਿ ਮੰਤਰੀ ਅਮਿਤ ਸ਼ਾਹ ਇਹਦੇ ਵਿੱਚ ਕਹਿ ਰਹੇ ਨੇ ਕਿ ਜਿਹੜੇ ਲੋਕ ਵਿਕਾਸ ਦੇ ਰਾਹ ਦੇ ਵਿੱਚ, ਭਾਰਤ ਦੇ ਵਿਕਾਸ ਦੇ ਰਾਹ 'ਚ ਰੋੜਾ ਅਟਕਾ ਰਹੇ ਨੇ, ਇਹ ਉਹ ਲੋਕ ਇਸ ਨੂੰ ਹਵਾ ਦੇ ਰਹੇ ਨੇ, ਜਦਕਿ ਇਹੋ ਜਿਹਾ ਕੁਝ ਨਹੀਂ ਹੈ। ਨਹੀਂ, ਉਹ ਤਾਂ ਫਿਰ ਜਦ ਤੁਹਾਡੇ ਕੋਲ ਕੋਈ ਦਲੀਲ ਨਹੀਂ ਹੁੰਦੀ, ਪਹਿਲਾਂ ਤੁਸੀਂ ਕਹਿ ਰਹੇ ਹੋ ਕਿ ਕਿਸਾਨ ਨੇ 100 ਕਿਸਾਨ ਬੈਠਾ ਸਰਸੇ ਦੇ ਵਿੱਚ, ਉਹ ਦੇਸ਼ ਧਰੋਹੀ ਬਣ ਜਾਂਦਾ, ਤੁਹਾਡੇ ਵਾਸਤੇ ਦੇਸ਼ ਧਰੋਹੀ ਦੇ ਮੁਕੱਦਮੇ ਦਰਜ ਕਰ ਦਿੰਦੇ ਹੋ। ਕੋਈ ਕਾਨੂੰਨ ਨਹੀਂ, ਕੋਈ ਦਲੀਲ ਨਹੀਂ, ਕੋਈ ਸੰਵਿਧਾਨ ਨਹੀਂ, ਕੋਈ ਅਪੀਲ ਨਹੀਂ। ਇਸੇ ਤਰ੍ਹਾਂ ਜੇ ਕੋਈ ਬੰਦੇ ਜਿਹੜੀ ਗੱਲ ਦਾ ਤੁਹਾਨੂੰ ਜਵਾਬ ਨਹੀਂ ਆਉਂਦਾ, ਉਹਦੇ ਲਈ ਤੁਸੀਂ ਕਹਿ ਦਿਓ ਇਹ ਰੋੜੇ ਅਟਕਾ ਰਹੇ ਨੇ, ਤੁਸੀਂ ਰੋੜੇ ਅਟਕਾ ਰਹੇ ਨੇ, ਜਿਹੜਾ ਉਹਨੂੰ ਫੜ ਲਓ, ਜਿਹੜਾ ਗਲਤ ਬਿਆਨੀ ਕਰ ਰਿਹਾ ਉਹਨੂੰ ਫੜ ਲਓ, ਉਹਨਾਂ ਤੇ ਮੁਕੱਦਮੇ ਦਰਜ ਕਰ ਦਿਓ ਜੇ ਤੁਹਾਨੂੰ ਲੱਗਦਾ ਕਿ ਜੀ ਤੁਸੀਂ ਤਾਂ ਦੇਸ਼ ਨੂੰ ਜਾਣਬੁੱਝ ਕੇ ਇਹ ਕਰ ਰਹੇ ਹੋ। ਦੇਸ਼ ਕੋਈ ਬਹੁਤ ਤਰੱਕੀ ਕਿੱਥੇ ਕਰ ਰਿਹਾ, ਗਰੀਬੀ ਦੀ ਸਾਡੀ ਆਰਥਿਕ ਹਾਲਤ ਲਗਾਤਾਰ ਡਾਊਨ ਜਾ ਰਹੀ ਹੈ, 23 ਕਰੋੜ ਬੰਦਾ ਗਰੀਬੀ ਦੀ ਰੇਖਾ ਤੋਂ ਹੇਠਾਂ ਚਲਾ ਗਿਆ, ਔਰ ਕਰੋਨਾ ਦੇ ਦੌਰ 'ਚ 1 ਮਿੰਟ ਦੇ ਵਿੱਚ 11 ਬੰਦੇ ਭੁੱਖਮਰੀ ਨਾਲ ਮਰਨ ਲੱਗ ਗਏ, ਜੀ ਸਾਡਾ ਹਿੱਸਾ ਕਾਫੀ ਵੱਡਾ ਹੈ, ਤੇ 15,000 ਬੰਦਾ ਇੱਕ ਦਿਨ 'ਚ ਮਰ ਰਿਹਾ ਹੈ। ਬੇਕਾਰੀ ਇਸ ਲੈਵਲ ਤੇ ਚਲੀ ਗਈ ਹੈ। ਕਿਹੜੇ ਵਿਕਾਸ ਦੀ ਗੱਲ ਅਮਿਤ ਸ਼ਾਹ ਕਰਦੇ ਨੇ ਵੀ ਉਹ ਵਿਕਾਸ ਦੇ ਰਾਹ 'ਚ ਰੋੜਾ ਜਿਹੜੇ ਉਹਨਾਂ ਤੇ ਇੱਕ ਸਵਾਲ ਹੋਇਆ ਗਵਰਨਮੈਂਟ ਤੇ, ਗਵਰਨਮੈਂਟ ਨੂੰ ਜਵਾਬ ਦੇਣਾ ਚਾਹੀਦਾ ਹੈ ਕਿ ਜੇ ਤੁਸੀਂ ਇਨਵੋਲਵ ਨਹੀਂ ਹੋ ਆਪ, ਤਾਂ ਤੁਸੀਂ ਕਹੋ ਕਿ ਅਸੀਂ ਨਿਰਪੱਖ, ਜਿਹੜੀ ਕਿ ਵਿਰੋਧੀ ਧਿਰ ਵੀ ਮੰਗ ਕਰ ਰਹੀ ਹੈ, ਸੁਪਰੀਮ ਕੋਰਟ ਦੇ ਸਿਟਿੰਗ ਜੱਜ ਦੀ ਅਗਵਾਈ ਦੇ ਵਿੱਚ ਅਸੀਂ ਕਮੇਟੀ ਬਣਾਤੀ ਹੈ, ਇਹਦੀ ਜਾਂਚ ਕਰੂਗੀ, ਇਹ ਟਾਈਮ ਬਾਉਂਡ ਜਾਂਚ ਹੋਏਗੀ, 15 ਦਿਨ 'ਚ, ਮਹੀਨੇ 'ਚ, 20 ਦਿਨ 'ਚ, ਜਾਂ ਇਸੇ ਪਾਰਲੀਮੈਂਟ ਦੇ ਸੈਸ਼ਨ ਦੇ ਦੌਰਾਨ ਇਹ ਸੱਚਾਈ ਤੁਹਾਡੇ ਸਾਹਮਣੇ ਰੱਖ ਦਿੱਤੀ ਜਾਊਗੀ। ਫਿਰ ਗਵਰਨਮੈਂਟ ਨੂੰ ਇਹ ਤੋਂ ਕੀ ਪ੍ਰੋਬਲਮ? ਜਾਂਚ ਤਾਂ ਹੋ ਹੀ ਸਕਦੀ ਹੈ ਨਾ ਇੰਡੀਪੈਂਡੈਂਟ। ਔਰ ਦੂਜੀ ਗੱਲ, ਇਹਦੇ ਨਾਲ ਇਹ ਗੱਲ ਇੱਕ ਲੜੀ ਜੁੜਦੀ ਹੈ, ਇਸੇ ਕਰਕੇ ਡਿਨਾਇਲ ਮੋਡ 'ਚ ਹੈ ਗਵਰਨਮੈਂਟ ਕਿ ਜੇ ਇਹ ਪੰਡੋਰਾ ਬਾਕਸ ਖੁੱਲਦਾ ਤਾਂ ਬੜਾ ਵੱਡੇ ਪੱਧਰ ਤੇ ਇਹ ਗੱਲ ਜਾਊ। ਕਿਉਂ? ਕਿਉਂਕਿ ਭੀਮਾ ਕੋਰੇਗਾਂਵ ਦਾ ਜਿਹੜਾ ਕੇਸ ਹੈ, ਸਭ ਤੋਂ ਪਹਿਲਾਂ ਉੱਥੋਂ ਇਹ ਮਾਮਲੇ ਸ਼ੁਰੂ ਹੋਏ ਸੀ। ਰੋਨਾ ਵਿਲਸਨ ਦੇ ਕੰਪਿਊਟਰ ਦੇ ਵਿੱਚ, ਲੈਪਟਾਪ ਦੇ ਵਿੱਚ ਜਿਹੜੀਆਂ ਚਿੱਠੀਆਂ ਪਈਆਂ ਸੀ, ਔਰ ਉਹ ਅਮਰੀਕਾ ਦੀ ਇੱਕ ਬੜੀ ਵੱਡੀ ਜਿਹੜੀ ਲੈਬ ਹੈ, ਫੋਰੈਂਸਿਕ ਲੈਬ ਹੈ, ਉਹਨੇ ਤਸਦੀਕ ਕੀਤਾ ਹੈ ਬਾਰ-ਬਾਰ, ਕਿਉਂਕਿ ਕੋਰਟ 'ਚੋਂ ਉਹਦੇ ਡਿਫੈਂਸ ਲਾਇਰ ਜਿਹਨੇ ਭੇਜੀ ਹੋਈ ਸੀ, ਤਾਂ ਉਹਨਾਂ ਨੇ ਤਸਦੀਕ ਕੀਤਾ। ਤਸਦੀਕ ਇਹ ਕੀਤਾ ਹੈ ਕਿ ਜਿਹੜਾ ਬੰਦੇ ਦਾ ਲੈਪਟਾਪ ਹੈ, ਜਿਹੜਾ ਉਹਦਾ ਮਾਲਕ ਹੈ, ਉਹਨੂੰ ਵੀ ਨਹੀਂ ਪਤਾ, ਨਾ ਉਹਨੇ ਉਹ ਫਾਈਲਾਂ ਖੋਲੀਆਂ ਨੇ, ਪਰ ਬਾਹਰ ਬੈਠੇ ਹੀ ਹੈਕਿੰਗ ਦੇ ਰਾਹੀਂ ਉਹਦੇ ਕੰਪਿਊਟਰ 'ਚੋਂ ਚਿੱਠੀਆਂ ਪਾ ਦਿੱਤੀਆਂ ਗਈਆਂ ਜਿਹੜੀਆਂ ਮਾਓਵਾਦੀਆਂ ਨੂੰ ਲਿਖਣ ਦੀ ਗੱਲ ਸੀ, ਜਿਹੜੀਆਂ ਬਾਕੀ ਨੇ, ਉਹਦੇ ਆਧਾਰ ਤੇ ਇੱਕ ਪ੍ਰਧਾਨ ਮੰਤਰੀ ਨੂੰ ਮਾਰਨ ਦੀ ਸਾਜ਼ਿਸ਼ ਔਰ
ਜਿਹੜੇ ਵੀ ਮਨੁੱਖੀ ਅਧਿਕਾਰਾਂ ਦੇ ਕਾਰਕੁਨ ਸੀ, ਪ੍ਰੋਫੈਸਰ ਨੇ, ਕਵੀ ਨੇ, ਵੱਖ-ਵੱਖ ਟਾਈਪ ਦੇ ਲੋਕ ਨੇ, ਉਹਨਾਂ ਨੂੰ 2-2 ਸਾਲਾਂ ਤੋਂ ਜ਼ਮਾਨਤ ਨਹੀਂ ਮਿਲ ਰਹੀ। ਸਟੈਨ ਸਵਾਮੀ ਦਾ ਸਾਹਮਣੇ ਆਇਆ, ਉਹ ਵੀ ਉਹੀ ਕੇਸ ਦੇ ਵਿੱਚ ਫੜੇ ਹੋਏ ਨੇ ਤੇ ਉਹਨਾਂ ਦੀ ਤਾਂ ਡੈਥ ਹੋ ਗਈ ਹੈ, ਜਿਹਨੂੰ ਯੂਐਨਓ ਨੇ ਵੀ ਕਿਹਾ ਕਿ ਇਹ ਕਾਲਾ ਧੱਬਾ ਦੇਸ਼ ਦੇ ਜਮਹੂਰੀ ਇਤਿਹਾਸ ਦੇ ਵਿੱਚ ਗਿਣਿਆ ਜਾਊਗਾ। ਉਹ ਵੀ ਉਹਨੂੰ ਵੀ ਇਹਨਾਂ ਨੇ ਇਹੀ ਕਿਹਾ, ਜਦੋਂ ਉਹ ਅਦਾਲਤ 'ਚ ਪੇਸ਼ ਕੀਤੀ ਉਹਨਾਂ ਨੇ 2 ਵਾਰ 2 ਵੱਡੇ ਪੱਧਰ ਤੇ ਉਹ ਕਰਕੇ, ਤਾਂ ਉਹ ਕਹਿੰਦੇ ਨੇ ਵੀ ਇਹ ਨਹੀਂ ਜੀ ਠੀਕ। ਜੇ ਨਹੀਂ ਹੈ, ਤੁਹਾਡੇ ਤੇ ਇੱਕ ਸਵਾਲ ਇੱਕ ਵੱਡੀ ਦੁਨੀਆ ਦੀ ਮੰਨੀ ਪਰਮੰਨੀ ਲੈਬ ਨੇ ਤਸਦੀਕ ਕਰਕੇ ਕਿਹਾ ਕਿ ਇਹਦੇ ਨਾਲ ਕੰਪਰੋਮਾਈਜ਼ ਹੋਇਆ, ਉਹਦੀ ਜਾਂਚ ਕਿਉਂ ਨਹੀਂ ਹੁੰਦੀ ਜੀ? ਜਾਂ ਕੋਰਟ ਜਾਂਚ ਦਾ ਆਰਡਰ ਦੇ ਦੇ ਤੇ ਜਾਂ ਸਰਕਾਰ ਸਗੋਂ ਕਹੇ, ਜਿਹੜੀ ਏਜੰਸੀ ਕਹਿੰਦੀ ਹੈ ਕਿ ਮੈਂ ਜਾਲੀ ਨਹੀਂ ਕੀਤਾ, ਉਹਦੀ ਇਨਵੈਸਟੀਗੇਸ਼ਨ ਦਾ ਕਿਉਂ ਨਹੀਂ ਡਿਮਾਂਡ ਕਰਦੀ ਕਿ ਇਹਦੀ ਹੋਰ ਜਾਂਚ ਕਰੋ ਜੀ? ਜੇ ਤੁਸੀਂ ਸੱਚੇ ਹੋ ਤਾਂ ਉਹਦੀ ਜਾਂਚ ਕਰਾ ਲਓ। ਤੇ ਜੇ ਇਹ ਸੱਚਾਈ ਨਿਕਲ ਆਉਂਦੀ ਹੈ, ਇਹ ਬਹੁਤ ਖਤਰਨਾਕ ਹੋਏਗਾ। ਫਿਰ ਕੱਲ ਨੂੰ ਸਟੇਟ ਕਿਸੇ ਵੀ ਆਮ ਸਧਾਰਨ ਬੰਦੇ ਤੇ ਜਿਹੜਾ ਮਰਜੀ ਉਹਦੇ ਕੰਪਿਊਟਰ ਜਾਂ ਮੋਬਾਈਲ 'ਚ ਜੋ ਮਰਜੀ ਕਰਕੇ ਜੋ ਮਰਜੀ ਪਰਚੇ 'ਚ ਉਲਝਾ ਦਿਓ, ਨਾ ਮਨੁੱਖੀ ਅਧਿਕਾਰਾਂ ਦਾ, ਨਾ ਬਾਕੀ ਦਾ, ਨਾ ਕੋਈ ਗੱਲ ਹੀ ਨਹੀਂ ਬਚੂਗੀ ਫਿਰ ਉਸ ਪੱਧਰ ਦੇ। ਬਿਲਕੁਲ ਬਿਲਕੁਲ। ਹਮੀਰ ਸਿੰਘ ਜੀ, ਇਹਦੇ ਵਿਚਾਲੇ ਇਹ ਵੀ ਦੇਖਣ ਨੂੰ ਆਇਆ ਕਿ ਜਾਸੂਸੀ ਜਿਹੜੀ ਆ ਉਹ ਜਿੱਥੇ ਆਜ਼ਾਦ ਪੱਤਰਕਾਰਾਂ ਦੀ ਜਾਂ ਵਿਰੋਧੀ ਸਿਆਸਤਦਾਨਾਂ ਦੀ ਰਿਪੋਰਟ ਇਹ ਗੱਲ ਕਹਿ ਰਹੀ ਹੈ ਕੀਤੀ ਗਈ ਹੈ, ਰਾਹੁਲ ਗਾਂਧੀ ਤੇ ਪ੍ਰਸ਼ਾਂਤ ਕਿਸ਼ੋਰ ਦੀ, ਇਹਦੇ ਵਿੱਚ ਸਰਕਾਰ ਦੇ ਆਪਣੇ ਮੰਤਰੀ ਵੀ ਸ਼ਾਮਲ ਨੇ। ਫਿਰ ਕਿੱਦਾਂ ਦੇਖਿਆ ਜਾਏ? ਸਰਕਾਰ ਨੇ ਤਾਂ ਕਹਿਣਾ ਹੈ ਕਿ ਸਾਡੇ ਤਾਂ ਆਪ ਮੰਤਰੀ ਇਹਦੇ ਵਿੱਚ ਜਿਹੜੇ ਉਹ ਜਾਸੂਸੀ ਦੇ ਕਰਕੇ ਉਹ ਪਰੇਸ਼ਾਨ ਹੋ ਰਹੇ ਨੇ, ਤਾਂ ਸਰਕਾਰ ਨੇ ਤਾਂ ਆਪਣਾ ਪੱਲਾ ਆਪਣੇ ਆਪ ਝਾੜਨਾ ਕਿ ਸਾਡਾ ਤਾਂ ਕੋਈ ਰੋਲ ਹੀ ਨਹੀਂ ਇਹਦੇ ਵਿੱਚ। ਪਰ ਫਿਰ ਉਹਨਾਂ ਦੀ ਜਾਸੂਸੀ ਕੌਣ ਕਰਾ ਰਿਹਾ? ਜਿਹੜੇ ਸਰਕਾਰ ਦੇ ਵਿੱਚ ਰਹਿ ਰਹੇ ਨੇ ਮੰਤਰੀ ਸਰਕਾਰ ਦੇ। ਇਹ ਤਾਂ ਨਾਰਮਲ ਟ੍ਰੈਂਡ ਹੈ। ਜਿਹੜੇ ਮੇਨ ਸੱਤਾ 'ਚ ਹੁੰਦੇ ਨੇ ਉਹ ਆਪਦੇ ਬਾਗੀਆਂ ਦੀ ਇੱਧਰ ਉੱਧਰ ਆਮ ਕਰਾਉਂਦੇ ਨੇ, ਤਾਂ ਸਟੇਟ ਗਵਰਨਮੈਂਟਾਂ 'ਚ ਵੀ ਸੈਕਟਰ 'ਚ ਵੀ ਇਹ ਤਾਂ ਇੱਕ ਨਾਰਮਲ ਵਰਤਾਰਾ ਹੈ ਕਿ ਜਿਹੜਾ ਬੰਦਾ ਟਾਪ ਮੋਸਟ ਹੈ, ਮੰਨ ਲਓ ਅਮਿਤ ਸ਼ਾਹ ਤੇ ਨਰਿੰਦਰ ਮੋਦੀ ਟਾਪ ਨੇ, ਆਪਣੇ ਬੰਦਿਆਂ ਤੇ ਵੀ ਨਾ ਕੋਈ ਕੀ ਕਰਦਾ ਕੀ ਨਹੀਂ ਕਰਦਾ, ਜਿੱਤੇ ਵੀ ਡਾਊਟ ਹੋਵੇ ਕਰਵਾਈ ਜਾ ਸਕਦੀ ਹੈ। ਇੱਥੇ ਕਿਹੜਾ ਨਹੀਂ, ਆਪਣੇ ਜਿਹੜੇ ਪੰਜਾਬ ਦੇ ਵਿੱਚ ਜਿਵੇਂ ਸੀਆਈਡੀ ਹੈ, ਇੰਟੈਲੀਜੈਂਸ ਹੈ, ਬਹੁਤੀ ਇੰਟੈਲੀਜੈਂਸ ਤਾਂ ਪੋਲੀਟੀਕਲ ਜਾਸੂਸੀ ਤੇ ਲਾਈ ਹੋਈ ਹੈ, ਬਾਕੀ ਤੇ ਥੋੜੀ ਲਾਈ ਹੁੰਦੀ ਹੈ। ਉਹ ਬੰਦਾ ਕੀ ਕਰਦਾ, ਉਹਦੀ ਮੀਟਿੰਗ ਕੀ ਹੋ ਰਹੀ ਹੈ, ਉੱਥੇ ਜਾ ਕੇ ਪਤਾ ਦੱਸੋ ਸਾਨੂੰ। ਉਸ ਲਈ ਸਿਆਸੀ ਜਿਹੜੀ ਇੱਕ ਆਪਣਾ ਗ੍ਰਿਪ ਰੱਖਣ ਦੇ ਵਾਸਤੇ ਵੀ ਗਵਰਨਮੈਂਟਾਂ ਕਰਦੀਆਂ ਨੇ। ਇਹਦੇ 'ਚ ਕਿਹਦਾ ਰੋਲ ਹੈ ਕਿੰਨਾ, ਉਹ ਤਾਂ ਜਾਂਚ ਤੋਂ ਬਾਅਦ ਪਤਾ ਲੱਗੇਗਾ। ਪਰ ਇਹ ਨਾਰਮਲ ਜਿਹਾ ਇੱਕ ਟ੍ਰੈਂਡ ਹੈ ਸਾਡੇ, ਔਰ ਇਦੋਂ ਪਹਿਲਾਂ ਵੀ ਬੜੀ ਵਾਰ ਇਹ ਦੇਸ਼ ਦੇ ਵਿੱਚ ਵੀ ਔਰ ਸੂਬਿਆਂ 'ਚ ਵੀ ਫੋਨ ਟੇਪਿੰਗ ਦਾ ਵਿਰੋਧ ਆਪਦੇ ਹੀ ਲੀਡਰਾਂ ਦਾ, ਜਿਹੜੇ ਵਿਰੋਧੀ ਖੇਮੇ 'ਚ ਹੁੰਦੇ ਨੇ, ਕਿਉਂਕਿ ਪਾਰਟੀਆਂ 'ਚ ਵੀ ਤਾਂ ਵਿਰੋਧੀ ਖੇਮਾ ਹੁੰਦਾ, ਜਾਂ ਕਈ ਵਾਰ ਉਨੀ ਮੱਤ ਤੁਹਾਨੂੰ ਨਹੀਂ ਤੁਹਾਡੀ ਮਿਲਦੀ ਹੁੰਦੀ, ਜਾਂ ਕਿਤੇ ਨਾ ਕਿਤੇ ਆਪਦਾ ਹੀ ਬੰਦਾ ਤੁਹਾਨੂੰ ਇਹ ਲੱਗਣ ਲੱਗ ਜਾਂਦਾ ਵੀ ਇਹ ਕਿਤੇ ਪਰਦੇ ਦੇ ਪਿੱਛੇ ਮੇਰੇ ਨਾਲ ਕੋਈ ਗੱਲ ਤਾਂ ਨਹੀਂ ਕਰ ਰਿਹਾ। ਉਹਨਾਂ ਦੀ ਜਾਸੂਸੀ ਵੀ ਇਹ ਤਾਂ ਪੁਰਾਣੇ ਸਮੇਂ ਤੋਂ ਰਾਜਿਆਂ ਤੋਂ ਤੇ ਅੱਜ ਤੱਕ ਦੇ ਡੈਮੋਕ੍ਰੈਟਿਕ ਮਾਹੌਲ 'ਚੋਂ ਚੱਲਦਾ ਹੁੰਦਾ। ਪੋਲੀਟੀਕਲ ਜਾਸੂਸੀ ਤਾਂ ਇਹ ਕੋਈ ਬਹੁਤ ਵੱਡਾ ਗੱਲ ਨਹੀਂ ਹੈ। ਕੋਈ ਇਹ ਡਿਨਾਈ ਕਰੇ ਕਿ ਮੇਰੇ ਆਪਣਿਆਂ ਦਾ ਵੀ ਹੋਇਆ ਜਾਂ ਫਲਾਣੇ ਦਾ ਹੋਇਆ। ਸਵਾਲ ਇਹ ਜਦ ਇੱਕ ਡਿਜ਼ਾਈਨ ਦੇ ਵਿੱਚ ਸਾਰਿਆਂ ਦਾ ਹੋ ਰਿਹਾ, ਕੁਐਸਚਨ ਤਾਂ ਇਹੀ ਮਾਰਕ ਹੁੰਦਾ ਹੈ ਕਿ ਤੁਸੀਂ ਆਪਣਿਆਂ ਦੇ ਵੀ ਵਿੱਚ ਕਿਉਂ ਨਾਮ ਫਿਰ ਪਾਏ ਹੁੰਦੇ ਨੇ ਤੇ ਬਾਕੀ ਦੇ ਵੀ ਨਾਮ ਕਿਉਂ ਪਾਏ ਹੁੰਦੇ। ਉਹ ਇੱਕ ਜਨਰਲ ਟ੍ਰੈਂਡ ਹੈ। ਮੈਨੂੰ ਤਾਂ ਲੱਗਦਾ ਕਿ ਗਵਰਨਮੈਂਟਾਂ ਕੋਈ ਆਰਡਰ ਦਿੰਦੀਆਂ ਨੇ ਜਨਰਲ ਕਿ ਇਹੋ ਜਿਹੇ ਬੰਦਿਆਂ ਦੀ ਚਾਹੀਦੀ ਹੈ, ਤੇ ਏਜੰਸੀਆਂ ਜਾਂ ਬਾਕੀ ਲੋਕ ਇਹੋ ਜਿਹਾ ਕੰਮ ਕਰ ਦਿੰਦੇ ਨੇ। ਉਹਨਾਂ ਦਾ ਕੱਲਾ ਕੱਲਾ ਬੰਦਾ ਚਾਹੇ ਨਾ ਵੀ ਟੈਕਲ ਕਰਦੇ ਹੋਣ। ਪਰ ਇਹਦਾ ਸਭ ਤੋਂ ਬੜਾ ਸਵਾਲ ਇਹ ਹੈ, ਇਹਦੇ ਨਾਲ ਕੰਮ ਨਹੀਂ ਚੱਲੇਗਾ। ਇੱਕ ਦਲੀਲ ਹੋ ਸਕਦੀ ਹੈ ਕਿ ਅਸੀਂ ਆਪਣਿਆਂ ਦੇ ਖਿਲਾਫ ਕਿਉਂ ਕਰਾਂਗੇ, ਜਾਂ ਅਸੀਂ ਤਾਂ ਕਿਹਾ ਹੀ ਨਹੀਂ। ਤੁਸੀਂ ਇੱਕ ਮੋਟੀ ਮੰਗ ਮੰਨ ਲਓ, ਐਲਾਨ ਕਰਦੇ ਪ੍ਰਧਾਨ ਮੰਤਰੀ ਜਾਂ ਗ੍ਰਹਿ ਮੰਤਰੀ ਕਿ ਬਹੁਤ ਵੱਡਾ ਇਸ਼ੂ ਆਇਆ, ਅਸੀਂ ਸਮਝਦੇ ਇਹ 'ਚ ਕੁਝ ਨਹੀਂ ਹੈ, ਪਰ ਆਹ ਇੱਕ ਜਾਂਚ ਦੀ ਅਥਾਰਟੀ ਜਿਹਨੂੰ ਤੁਸੀਂ ਕਹਿੰਦੇ ਹੋ ਆਪਾਂ ਉਹ ਬਣਾ ਦਿੰਦੇ ਹਾਂ। ਪਾਰਲੀਮੈਂਟ ਹਾਊਸ ਦੀ ਕਮੇਟੀ ਬਣਾ ਦਿਓ ਸਾਰੀਆਂ ਪਾਰਟੀਆਂ ਦੀ, ਜਾਂ ਤਾਂ ਉਹ ਜਿਵੇਂ ਪਹਿਲਾਂ ਹੀ ਆਲਰੇਡੀ ਪਾਰਲੀਮੈਂਟ ਕਮੇਟੀ ਹੁੰਦੀ ਹੈ, ਸ਼ਸ਼ੀ ਥਰੂਰ ਉਹਦੇ ਆਈਟੀ ਵਾਲੀ ਦੇ ਮੈਂਬਰ ਵੀ ਨੇ, ਤੇ ਉਹ ਵੀ ਗੱਲ ਕਰ ਰਹੇ ਸੀ ਉਸ ਲੈਵਲ ਤੇ। ਜਾਂ ਸਿਟਿੰਗ ਜੱਜ ਦੀ ਕੋਈ ਕਮੇਟੀ ਬਣਾ ਦਿਓ, ਜਾਂ ਜੋ ਵੀ ਇੰਟਾਇਰ ਆਪੋਜੀਸ਼ਨ ਜਾਂ ਪਾਰਲੀਮੈਂਟ 'ਚ ਸਹਿਮਤੀ ਹੁੰਦੀ ਹੈ ਕਿ ਆਹ ਬਣਾਤੀ ਆਪਾਂ, ਇਹ ਟਾਈਮ ਬਾਉਂਡ ਤਰੀਕੇ ਦੇ ਨਾਲ ਜਾਂਚ ਕਰ ਲੇਗੀ, ਤਾਂ ਜਾਂਚ ਤੋਂ ਤਾਂ ਭੱਜਣ ਦਾ ਕੋਈ ਸਵਾਲ ਨਹੀਂ ਨਾ ਹੋਣਾ ਚਾਹੀਦਾ। ਬਾਕੀ ਦਲੀਲਾਂ ਸੈਕੰਡਰੀ ਛੱਡ ਵੀ। ਬਿਲਕੁਲ। ਸਵਾਲ ਤਾਂ ਇਹ ਵੀ ਉੱਠਦੇ ਨੇ ਨਾ ਕਿ ਜੇ ਅੱਜ ਸੱਤਾ ਦੇ ਉੱਤੇ ਕੇਂਦਰ ਸਰਕਾਰ 'ਚ ਮੋਦੀ ਸਰਕਾਰ, ਬੀਜੇਪੀ ਦੀ ਸਰਕਾਰ ਬਣੀ ਹੋਈ ਹੈ, ਤਾਂ ਪਿਛਲੀਆਂ ਸਰਕਾਰਾਂ ਵੀ ਜਾਸੂਸੀ ਤੋਂ ਮੁਕਤ ਨਹੀਂ ਹੈਗੀਆਂ। ਜੇ ਕਾਂਗਰਸ ਸਰਕਾਰ ਰਹੀ ਹੈ, ਕਹਿੰਦੇ ਉਹਨਾਂ ਦੇ ਵੇਲੇ ਵੀ ਕਦੋਂ ਤੱਕ, ਕਹਿੰਦੇ ਸਵਾਲ ਤਾਂ ਹੋਣਾ ਚਾਹੀਦਾ ਕਿ ਕੇਂਦਰ ਸਰਕਾਰ ਕਿਉਂ ਇਸ ਮੁੱਦੇ ਨੂੰ ਗੰਭੀਰਤਾ ਨਾਲ ਨਹੀਂ ਲੈ ਰਹੀ, ਕਿਉਂਕਿ ਪਹਿਲਾਂ ਸਮਿਆਂ ਦੇ ਵਿੱਚ ਵੀ ਜਾਸੂਸੀ ਹੁੰਦੀ ਰਹੀ ਹੈ। ਜਿਹਦੇ ਵੇਲੇ ਜਾਸੂਸੀ ਹੁੰਦੀ ਰਹੀ ਹੈ ਉਦੋਂ ਰੌਲਾ ਪਾਉਣਾ, ਤੇ ਰੌਲੇ ਪਏ ਵੀ ਨੇ ਬਥੇਰੀ ਵਾਰ, ਤੇ ਰੌਲੇ ਪੈ ਕੇ ਪੋਲੀਟੀਕਲ ਖਮਿਆਜਾ ਵੀ ਭੁਗਤੇ ਹੈ। ਔਰ ਹਰ ਸਮੇਂ ਇਹਦੇ ਨਾਲ ਐ ਨਹੀਂ ਹੁੰਦਾ ਕਿ ਦੋ ਪਹਿਲਾਂ ਗਲਤ ਹੋਏ ਨੇ ਤੇ ਦੂਜਾ ਗਲਤ ਉਹਦੇ ਨਾਲ ਠੀਕ ਹੋ ਜਾਂਦਾ। ਜੇ ਉਹ ਗਲਤ ਹੋਇਆ ਤਾਂ ਉਹ ਗਲਤ ਹੋਇਆ, ਠੀਕ ਹੈ। ਉਦੋਂ ਤੁਸੀਂ ਸਭ ਨੇ ਆਵਾਜ਼ ਉਠਾਉਣੀ ਸੀ ਤੇ ਉਹਨਾਂ ਸਾਰਿਆਂ ਬੰਦਿਆਂ ਨੂੰ ਸਜ਼ਾ ਮਿਲਣੀ ਸੀ ਜਿਹਨੇ ਗਲਤ ਕਰਾਇਆ। ਤੇ ਜੇ ਅੱਜ ਤੁਸੀਂ ਗਲਤ ਕਰਤਾ, ਤੁਸੀਂ ਕਹੋ ਵੀ ਕਤਲ ਤਾਂ ਪਹਿਲਾਂ ਤੋਂ ਹੁੰਦੇ ਆ ਰਹੇ ਨੇ, ਮੈਂ ਕਰਤਾ ਤਾਂ ਕੀ ਹੋ ਗਿਆ, ਇਹਦੇ ਨਾਲ ਤੁਸੀਂ ਥੋੜੀ ਬਰੀ ਹੋ ਜਾਂਦੇ।
ਬਿਲਕੁਲ ਤੁਹਾਡਾ ਜੋ ਤੁਹਾਡੀ ਜ਼ਿੰਮੇਵਾਰੀ ਤੋਂ ਤਾਂ ਮੁਕਤ ਨਹੀਂ ਨਾ। ਤੁਹਾਨੂੰ ਇਹ ਕਹਿਣਾ ਚਾਹੀਦਾ ਕਿ ਪਹਿਲਾਂ ਹੋ ਰਹੇ ਸੀ, ਉਹਨਾਂ ਨੇ ਫਿਰ ਵੀ ਜਾਂਚ ਨਹੀਂ ਕਰਾਈ, ਅਸੀਂ ਫਿਰ ਵੀ ਜਾਂਚ ਕਰਾ ਰਹੇ ਹਾਂ ਉਦੋਂ ਵਧੀਆ ਬੈਟਰ ਤੌਰ ਤੇ, ਤਾਂ ਕੋਈ ਗੱਲ ਮੰਨ ਲਏਗਾ। ਕੋਈ ਇਸ ਗੱਲ ਕਰਕੇ ਕਿ ਪਹਿਲਾਂ ਇਹੀ ਚੀਜ਼ਾਂ ਵਾਪਰ ਰਹੀਆਂ ਸੀ ਤੇ ਹੁਣ ਵੀ ਵਾਪਰ ਗਈ ਤਾਂ ਕੀ ਹੋ ਗਿਆ, ਇਹ ਸਵਾਲ ਨਹੀਂ ਹੈ। ਸਵਾਲ ਇਹ ਹੈ ਕਿ ਕੀ ਦੇਸ਼ ਜਿਹੜੀ ਸਿਕਿਉਰਿਟੀ ਹੈ ਉਹਦੇ ਨਾਲ ਇਹਦੇ ਨਾਲ ਕੰਪਰੋਮਾਈਜ਼ ਹੁੰਦਾ ਜਾਂ ਨਹੀਂ। ਦੂਜੀ ਗੱਲ ਇਹ ਹੈ ਕਿ ਕੀ ਜਿਹੜਾ ਫੰਡਾਮੈਂਟਲ ਰਾਈਟ ਹੈ ਪ੍ਰਾਈਵੇਸੀ ਦਾ, ਨਿੱਜਤਾ ਦਾ, ਉਹ ਇਹਦੇ ਨਾਲ ਉਲੰਘਣਾ ਉਹਦੀ ਹੁੰਦੀ ਹੈ ਜਾਂ ਨਹੀਂ ਹੁੰਦੀ। ਫਿਰ ਜਿਹੜੀ ਉਹਨਾਂ ਕਾਨੂੰਨਾਂ ਦੇ ਵਿੱਚ ਜਿਹੜੀ ਸਜ਼ਾ ਹੈ, ਜਿਹੜੇ ਬੰਦੇ ਉਸ ਜਾਂਚ ਦੋਸ਼ੀ ਪਾਏ ਜਾਂਦੇ ਨੇ ਉਹ ਸਜ਼ਾ ਦੇ ਹੱਕਦਾਰ ਕਿਉਂ ਨਹੀਂ। ਇਹ ਵੱਡਾ ਸਵਾਲ ਇਹ ਹੈ, ਕੇਂਦਰਤ ਪੁਆਇੰਟ। ਬਾਕੀ ਸਾਰੀਆਂ ਉਹਨੂੰ ਟਰਕਾਉਣ ਵਾਲੀਆਂ ਗੱਲਾਂ ਨੇ, ਆਲੇ ਦੁਆਲੇ ਮਤਲਬ ਬਿਨਾਂ ਮਤਲਬ ਫੋਕਸ ਤੋਂ ਧਿਆਨ ਹਟਾਉਣ ਦੀ ਗੱਲ ਹੈ ਕਿ ਐਵੇਂ ਨਹੀਂ ਬਹਿਸ ਚ ਰੁੜ ਜੇ ਮਾਮਲਾ ਤੇ ਮੁੜ ਕੇ ਹੋਵੇ ਕੁਝ। ਬਿਲਕੁਲ ਬਿਲਕੁਲ। ਸਵਾਲ ਤਾਂ ਇਹ ਵੀ ਨੇ ਕਿ ਜੇ ਜਸੂਸੀ ਸਰਕਾਰ, ਕੇਂਦਰ ਸਰਕਾਰ ਜਾਂ ਬੀਜੇਪੀ ਸਰਕਾਰ ਨਹੀਂ ਕਰਾ ਰਹੀ ਤਾਂ ਕੌਣ ਕਰਾ ਰਿਹਾ, ਤੇ ਜੇ ਕੋਈ ਇੱਕ ਹੋਰ ਕਰਵਾ ਰਿਹਾ ਤਾਂ ਉਸ ਦੇ ਵਿੱਚ ਉਹਦਾ ਕੀ ਫਾਇਦਾ, ਉਹਦੇ ਵਿੱਚ ਦੇਸ਼ ਨੂੰ ਖਤਰਾ ਕਿਸ ਤਰ੍ਹਾਂ ਦਾ। ਇਹਦੇ ਵਿਚਾਲੇ ਅਮੀਰ ਸਿੰਘ ਜੀ, ਪਾਰਲੀਮੈਂਟ ਦਾ ਸੈਸ਼ਨ ਤੇ ਉਹਦੇ ਵਿੱਚ ਕਿਸਾਨੀ ਮੁੱਦਾ ਜਿਹੜਾ ਕਹਿੰਦੇ ਉਹ ਵਧੇਰਾ ਭਾਰੂ ਰਹਿਣਾ ਸੀ, ਪਰ ਹੁਣ ਚਰਚਾ ਜਸੂਸੀ ਵਾਲੇ ਮੁੱਦੇ ਤੇ ਹੋ ਰਹੀ ਹੈ। ਇਹਨੂੰ ਕਿੱਦਾਂ ਦੇਖਦੇ ਹੋ ਕਿ ਕੀ ਇਹ ਜਾਣਬੁੱਝ ਕੇ ਇਸ ਮੁੱਦੇ ਨੂੰ ਵੱਡਾ ਕੇਂਦਰ ਬਣਾਇਆ ਗਿਆ ਕਿ ਹੁਣ ਚਰਚਾ ਜਿਹੜੀ ਸਾਰੀ ਇਸੇ ਤੇ ਆ, ਸਰਕਾਰ ਤੋਂ ਜਵਾਬ ਦੇ ਜਿਹੜੀ ਕਿਸਾਨੀ ਅੰਦੋਲਨ ਹੈ ਉਹ ਦੂਜੇ ਨੰਬਰ ਤੇ ਆ ਗਿਆ? ਨਹੀਂ, ਇਹ ਤਾਂ ਨਹੀਂ ਕਾਰਨ ਕਿਹਾ ਜਾ ਸਕਦਾ, ਕਿਉਂਕਿ ਇੱਕ ਸਾਡੇ ਇਕੱਲੇ ਦੇਸ਼ ਦਾ ਕੁਐਸਚਨ ਨਹੀਂ, ਇਹ ਤੱਕ 25-30 ਦੇਸ਼ਾਂ ਦੇ ਵਿੱਚ ਇੱਕ ਚੱਲ ਰਹੇ ਨੈਟਵਰਕ ਦਾ ਕੁਐਸਚਨ ਹੈ। ਨਾਰਮਲੀ ਜਿਹੜੇ ਖੋਜ ਕਰਦੇ ਨੇ, ਖੋਜ ਕਰਤਾ ਤਾਂ ਜਿਹੜੇ ਮੀਡੀਆ ਹਾਊਸ ਨੇ ਇਹਨੂੰ ਸਾਹਮਣੇ ਲਿਆਉਣਾ ਹੁੰਦਾ, ਉਹ ਉਹਨਾਂ ਦਿਨਾਂ ਦੀ ਉਡੀਕ ਕਰਦਾ ਥੋੜਾ ਬਹੁਤ ਕਿ ਜਦੋਂ ਜ਼ਿਆਦਾ ਇੰਪੈਕਟ ਪਏਗਾ। ਜਦੋਂ ਵੀ ਪਾਰਲੀਮੈਂਟ ਦੇ ਸੈਸ਼ਨ ਆਉਂਦੇ ਨੇ ਤਾਂ ਕਈ ਇਹੋ ਜਿਹੀਆਂ ਸਟੋਰੀਆਂ ਵੱਖ-ਵੱਖ ਟਾਈਪ ਦੇ ਅਖਬਾਰ ਜਾਂ ਵੱਖ-ਵੱਖ ਮੀਡੀਆ ਦਿੰਦਾ ਹੈ ਜਿਹਦੀ ਦਾ ਉੱਥੇ ਰੌਲਾ ਪਏ ਤੇ ਉੱਥੇ ਇਹ ਗੱਲ ਫੋਕਸ ਹੋ ਜਾਏ ਕਿਸੇ ਨਾ ਕਿਸੇ ਰੂਪ ਚ। ਉਹਦਾ ਇਹ ਨਹੀਂ, ਹਾਂ ਇਹ ਨਹੀਂ ਕਿ ਇਹ ਜਾਣਬੁੱਝ ਕੇ ਕਿਸੇ ਮੀਡੀਆ ਨੇ ਜਾਇਆ ਕਰਤਾ, ਮੇਰੇ ਖਿਆਲ ਹੈ ਇਹਦੇ ਪਿੱਛੇ। ਪਰ ਇਹ ਜ਼ਰੂਰ ਹੈ ਕਿਉਂਕਿ ਜਦੋਂ ਵੱਡਾ ਮੁੱਦਾ ਇਹ ਉੱਭਰ ਰਿਹਾ ਤਾਂ ਦੂਜੇ ਮੁੱਦੇ ਤੇ ਜਿੰਨਾ ਧਿਆਨ ਜਾਣਾ ਚਾਹੀਦਾ ਉਹਨਾਂ ਨਹੀਂ ਜਾਏਗਾ। ਪਰ ਇਹਦੇ ਬਾਵਜੂਦ ਆਪੋਜੀਸ਼ਨ ਧਿਰਾਂ ਨੇ, ਵਿਰੋਧੀ ਧਿਰਾਂ ਨੇ, ਉਹਨਾਂ ਨੇ ਐਡਜੋਰਨਮੈਂਟ ਮੋਸ਼ਨ ਵੀ ਦਿੱਤੇ ਹੋਏ ਨੇ, ਕੰਮ ਰੋਕੂ ਪ੍ਰਸਤਾਵ ਦਿੱਤੇ ਹੋਏ ਨੇ ਕਿ ਕੰਮ ਰੋਕ ਕੇ ਖੇਤੀ ਦੇ ਬਿੱਲਾਂ ਤੇ ਉੱਤੇ ਚਰਚਾ ਕਰੋ ਜ਼ਰੂਰ। ਔਰ ਨਾਰਮਲੀ ਸਪੀਕਰ ਜਿਹੜੇ ਜੈਨੂਅਨ ਮੁੱਦੇ ਹੁੰਦੇ ਨੇ, ਇਹ ਸਪੀਕਰ ਦਾ ਪ੍ਰੈਰੋਗੇਟਿਵ ਹੁੰਦਾ, ਕੰਮ ਰੋਕੂ ਪ੍ਰਸਤਾਵ ਲੈ ਆਉਂਦਾ, ਮਨਜ਼ੂਰ ਕਰ ਲੈਂਦਾ। ਮਨਜ਼ੂਰ ਕਰਕੇ ਉਹ ਕਹਿੰਦਾ ਕੰਮ, ਉਹਦਾ ਮਤਲਬ ਇਹ ਹੁੰਦਾ ਕਿ ਹੁਣ ਅੱਜ ਇਹ ਸਾਰੇ ਕੰਮ ਬੰਦ, ਅੱਜ ਚਰਚਾ ਇਸੇ ਤੇ ਹੋਣੀ ਹੈ, ਮਤਲਬ ਫਾਰਮਰ ਮੁੱਦੇ। ਇਹ ਵੀ ਸਪੀਕਰ ਔਰ ਗਵਰਨਮੈਂਟ ਦੀ ਜ਼ਿੰਮੇਵਾਰੀ ਹੈ। ਜੇ ਗਵਰਨਮੈਂਟ ਇਹ ਚਾਹੇ, ਜਦੋਂ ਆਫੀਸ਼ੀਅਲੀ ਪਾਰਟੀਆਂ ਨੇ ਤੁਹਾਨੂੰ ਉਹ ਦਿੱਤੇ ਹੋਏ ਨੇ ਨੋਟਿਸ, ਤਾਂ ਉਹਨਾਂ ਨੋਟਿਸਾਂ ਤੇ ਹਾਂ ਪੱਕੀ ਜਵਾਬ ਦਿਓ ਤੇ ਜਵਾਬ ਦੇ ਕੇ ਉੱਥੇ ਗੱਲ ਕਰੋ। ਇਦੋਂ ਪਹਿਲਾਂ ਵੀ ਐਸੇ ਇਸ਼ੂ ਤੇ ਵੀ, ਕੱਲ ਵੀ ਖੇਤੀ ਦੇ ਮੁੱਦੇ ਤੇ ਵੀ ਬਹੁਤ ਰੌਲਾ ਪਿਆ, ਇਹੋ ਜਿਹੀ ਗੱਲ ਨਹੀਂ ਕਿ ਨਹੀਂ ਪਿਆ। ਔਰ ਮਹਿੰਗਾਈ ਦੇ ਮੁੱਦੇ ਤੇ ਵੀ ਰੌਲਾ ਪਿਆ, ਇਹ ਨਹੀਂ ਕਿ ਨਹੀਂ ਪਿਆ। ਤੇ ਇੱਥੇ ਵੀ ਤਕਰੀਬਨ 5 ਨੋਟਿਸ ਤੱਕ ਇਕੱਲੀ ਤ੍ਰਿਣਮੂਲ ਕਾਂਗਰਸ ਵੱਲੋਂ ਗਏ ਹੋਏ ਨੇ। 5 ਨੋਟਿਸਾਂ ਦੇ ਵਿੱਚ ਸਭ ਤੋਂ ਪਹਿਲਾਂ ਇਹੀ ਹੈ ਕਿ ਜਿਹੜਾ ਪ੍ਰਾਈਵੇਸੀ ਦਾ ਤੇ ਫਾਰਮ ਲਾਜ ਦਾ ਹੈ, ਕਾਨੂੰਨ, ਕਾਲੇ ਕਾਨੂੰਨ ਵਾਪਸ ਲੈਣ ਦਾ। ਤੀਜਾ ਮਹਿੰਗਾਈ ਦਾ ਵੀ ਜਿਹੜਾ ਸਵਾਲ ਹੈ, ਐਮਪੀ ਲੈਂਡ ਫੰਡ ਦਾ ਸਵਾਲ ਹੈ ਕਿ ਉਹ ਬਹਾਲ ਕਰੋ ਜਾਂ ਫਲਾਨਿਆਂ ਨੂੰ ਕਿਉਂ ਨਹੀਂ ਜਿਹੜਾ ਉਸ ਦਿੱਤਾ ਜਾਂਦਾ। ਤੇ ਕਰੋਨਾ ਦੇ ਦੌਰਾਨ ਜਿਹੜਾ ਵੈਕਸੀਨੇਸ਼ਨ ਦੀਆਂ ਪ੍ਰੋਬਲਮ ਜਾ ਰਹੀਆਂ ਨੇ ਉਹਨਾਂ ਤੇ ਵੀ ਹੈ। ਇਸ ਲਈ ਇਹ ਕਈ ਮੁੱਦੇ ਨੇ, ਇਹ ਵੱਡੇ ਮੁੱਦੇ ਨੇ। ਸਰਕਾਰ, ਆਰਥਿਕਤਾ ਦਾ ਮੁੱਦਾ ਬਹੁਤ ਵੱਡਾ ਹੈ ਕਿ ਆਰਥਿਕਤਾ ਗਿਰਾਵਟ 'ਚ ਜਾ ਰਹੀ ਹੈ, ਨੌਕਰੀਆਂ ਜਾ ਰਹੀਆਂ ਨੇ ਨਵੀਆਂ ਹੋਣ ਦੀ ਬਜਾਏ, ਲੋਕ ਕਿਵੇਂ ਜਿਉਣਗੇ ਜ਼ਿੰਦਗੀ। ਇਹ 4-5 ਮੇਜਰ ਮੁੱਦੇ ਨੇ ਇਸ ਪਾਰਲੀਮੈਂਟ ਤੇ। ਗਵਰਨਮੈਂਟ ਕੋਲ ਇਹਨਾਂ ਚੋਂ ਕਿਸੇ ਦਾ ਕੋਈ ਜਵਾਬ ਨਹੀਂ। ਇੰਨੇ ਲੱਖਾਂ ਲੋਕ ਮਰ ਗਏ ਨੇ ਕਰੋਨਾ ਦੇ ਵਿੱਚ, ਉਹਨਾਂ ਨੂੰ ਕੰਪਨਸੇਟ ਕਰਨਾ ਹੈ ਨਹੀਂ ਕਰਨਾ, ਜਾਂ ਕਿਹਦੀ ਜ਼ਿੰਮੇਵਾਰੀ ਹੈ, ਜ਼ਿੰਮੇਵਾਰੀ ਤੈਅ ਕਰਨੀ ਹੈ ਨਹੀਂ ਕਰਨੀ। ਔਰ ਇਸੇ ਤਰ੍ਹਾਂ ਤੇਲ ਛੜੱਪੇ ਮਾਰ ਕੇ ਵੱਧ ਰਿਹਾ ਹੈ, ਮਹਿੰਗਾਈ ਜਿਸ ਰੂਪ 'ਚ ਵੱਧ ਰਹੀ ਹੈ ਉਹ ਸਾਰੇ ਲੋਕਾਂ ਦੇ ਲਈ ਇੱਕ ਬੜਾ ਵੱਡਾ ਬੋਝ ਹੈ। ਫਾਰਮ ਲਾ ਤਾਂ ਹੈ ਹੀ ਨੇ, 8 ਮਹੀਨੇ ਹੋ ਗਏ ਨੇ ਤੇ ਲਗਾਤਾਰ ਕਿਸਾਨਾਂ ਨੂੰ ਬੈਠੇ ਹੋਏ, ਤੇ ਤੁਸੀਂ ਗੱਲ ਤਾਂ ਸੁਣਵਾਈ ਕਿਉਂ ਨਹੀਂ ਉਸ ਸਾਰੇ ਮੁੱਦੇ ਦੇ ਉੱਤੇ ਕਰਦੇ। ਇਸ ਕਰਕੇ ਮੁੱਦੇ ਐਡੇ ਵੱਡੇ ਨੇ ਇਹ ਸਾਰੇ, ਜਿਹਦੇ ਤੇ ਗਵਰਨਮੈਂਟ ਫਸਦੀ ਆ। ਔਰ ਗਵਰਨਮੈਂਟ ਚਾਰ ਸਪੇਰੇ ਸਾਰੇ ਵਰਗ ਜਿਹੜੇ ਨੇ ਇਹਦੇ ਵੱਲ ਦੇਖ ਰਹੇ ਨੇ ਕਿ ਇਸ ਪਾਰਲੀਮੈਂਟ 'ਚ ਇਹਨਾਂ ਤੇ ਕੋਈ ਨਿੱਠ ਕੇ ਚਰਚਾ ਹੋਏਗੀ, ਕੋਈ ਬਦਲੇਗਾ ਸਿਸਟਮ, ਕੋਈ ਪਾਲਿਸੀ 'ਚ ਤਬਦੀਲੀ ਆਏਗੀ। ਇਹਦੇ ਤੇ ਲੋਕਾਂ ਦਾ ਧਿਆਨ ਹੈ। ਔਰ ਇਹਦੇ ਤੇ ਗੈਰ ਗੰਭੀਰਤਾ ਦਾ ਸਵਾਲ ਇਹ ਹੈ ਕਿ ਪ੍ਰਧਾਨ ਮੰਤਰੀ ਇਹ ਕਹਿ ਰਿਹਾ ਕਿ ਮੈਂ ਆਪਣੇ ਮੰਤਰੀਆਂ ਦਾ ਤੁਹਾਨੂੰ ਇੰਟਰੋਡਕਸ਼ਨ ਕਰਾਉਣੀ ਹੈ। ਉਹ ਕਹਿ ਰਹੇ ਕਿ ਇਹ ਜਿਹੜੇ ਸਾਰੇ ਵਿਰੋਧੀ ਰੌਲਾ ਪਾ ਰਹੇ ਨੇ, ਇਹ ਅਸਲ ਦੇ ਵਿੱਚ ਜਿਹੜੇ ਦਲਿਤਾਂ ਚੋਂ ਅਸੀਂ ਬਣਾਏ ਮੰਤਰੀ ਨੇ, ਔਰਤਾਂ ਚੋਂ ਸਾਡੇ ਬਣਾਏ ਮੰਤਰੀ ਨੇ, ਜਾਂ ਅਸੀਂ BC ਚੋਂ ਬਣਾਏ ਮੰਤਰੀ ਨੇ, ਉਹ ਸਾਰੇ ਬੰਦਿਆਂ ਦੇ ਬਾਰੇ ਇਹ ਨਹੀਂ ਜਾਣਨਾ ਚਾਹੁੰਦੇ। ਇਹ ਇੱਕ ਵਰਤਾਂਤ ਖੜਾ ਕਰ ਰਿਹਾ ਪ੍ਰਧਾਨ ਮੰਤਰੀ।
ਕੀ ਦੇਸ਼ ਦੇ ਵਿੱਚ 500 ਤੋਂ ਵੱਧ ਕਿਸਾਨ ਮਰ ਗਏ, ਉਹਨਾਂ ਬਾਰੇ ਪਾਰਲੀਮੈਂਟ ਚਰਚਾ ਕਰਨਾ ਜ਼ਿਆਦਾ ਜ਼ਰੂਰੀ ਹੈ ਜਾਂ ਇੱਕ ਮੰਤਰੀ ਬਾਰੇ ਪਤਾ ਕਰਨਾ ਤੂੰ ਕੌਣ ਹੈ, ਤੂੰ ਕਿੱਥੋਂ ਆਇਆ, ਕੌਣ ਹੈ ਕੌਣ ਨਹੀਂ ਹੈ? ਤੇ ਕੀ ਜਿਹੜੇ ਲੱਖਾਂ ਲੋਕ ਕੋਰੋਨਾ ਚ ਮਰ ਗਏ ਉਹਨਾਂ ਬਾਰੇ ਚਰਚਾ ਜ਼ਰੂਰੀ ਹੈ? ਕੀ ਆ ਜਿਹੜੇ ਵੱਡਾ ਮਨੁੱਖੀ ਅਧਿਕਾਰਾਂ ਦਾ ਸਵਾਲ ਹੈ, ਦੇਸ਼ ਦੀ ਸੁਰੱਖਿਆ ਦਾ ਸਵਾਲ ਹੈ, ਨਿੱਜਤਾ ਦਾ ਸਵਾਲ ਹੈ, ਇਹ ਹੈ? ਜਾਂ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਤੁਸੀਂ ਖਜ਼ਾਨੇ ਆਪਦੇ ਭਰੀ ਜਾ ਰਹੇ ਹੋ, ਲੋਕਾਂ ਤੇ ਬੋਝ ਪਾਈ ਜਾ ਰਹੇ ਹੋ, ਇਹ ਵੱਡੇ ਸਵਾਲ ਨੇ? ਜਾਂ ਵੱਡਾ ਸਵਾਲ ਤੁਹਾਡੇ ਮੰਤਰੀਆਂ ਦੀ ਪਛਾਣ ਹੈ? ਮੰਤਰੀ ਦੀ ਪਛਾਣ ਤਾਂ ਆਪੀ ਹੋ ਜਾਣੀ ਹੈ, ਇਸ ਤੋਂ ਬਾਅਦ ਕੰਮ ਕਰੇ ਹੋ ਆਪਣੇ ਡਿਪਾਰਟਮੈਂਟਾਂ 'ਚ ਜਾਏਗਾ, ਕੰਮ ਕਰੇਗਾ, ਲੋਕਾਂ ਦੇ ਸਾਹਮਣੇ ਕੋਈ ਚੱਜ ਦੀ ਗੱਲ ਕਰੂਗਾ ਤਾਂ ਪਛਾਣ ਹੋ ਜਾਏਗੀ, ਨਹੀਂ ਚੱਜ ਦੀ ਗੱਲ ਕਰੂਗਾ ਤਾਂ ਕੋਈ ਪਛਾਣ ਨਹੀਂ ਹੋਏਗੀ। ਔਰ ਜੇ ਤੁਸੀਂ ਤਾਕਤਾਂ ਦਾ ਕੇਂਦਰੀਕਰਨ ਰੱਖੋਗੇ, ਇਦੋਂ ਪਹਿਲਾਂ ਵੀ ਅਮਿਤ ਸ਼ਾਹ ਤੋਂ ਬਿਨਾਂ, ਰਾਜਨਾਥ ਤੋਂ ਬਿਨਾਂ ਤੇ ਮੋਦੀ ਤੋਂ ਬਿਨਾਂ ਕਿੰਨੇ ਮੰਤਰੀਆਂ ਦੇ ਨਾਮ ਜਾਣਦੇ ਨੇ ਕੋਈ ਲੋਕ? ਕਿਉਂਕਿ ਉਹਨਾਂ ਦੀ ਤਾਂ ਤੁਸੀਂ ਸਾਰਾ ਕੁਝ ਹੀ ਪਰਫਾਰਮੈਂਸ ਕਿਤੇ ਨਹੀਂ ਹੈ, ਕਾਰਗੁਜ਼ਾਰੀ ਕਿਤੇ ਨਹੀਂ ਹੈ। ਉਦੋਂ ਬਾਅਦ ਤੁਸੀਂ ਹੁਣ ਬਦਲਤੇ ਆ ਤੋਮਰ ਦਾ ਨਾਮ ਵੀ, ਕਿਉਂਕਿ ਗੱਲਾਂ ਬਾਤਾਂ ਕਿਸਾਨ ਅੰਦੋਲਨ ਕਰਕੇ ਸੁਣਨ ਲੱਗੇ ਲੋਕ, ਨਹੀਂ ਤਾਂ ਕਿਹਨੂੰ ਕੌਣ ਜਾਣਦਾ ਸੀ। ਇਸ ਲਈ ਨਵਿਆਂ ਨੂੰ ਵੀ ਜਿਹੜੀ ਜਾਣ ਪਛਾਣ ਦਾ ਮਤਲਬ ਇੱਕ ਦਿਨ ਖੜ ਕੇ ਜਾਣ ਪਛਾਣ ਨਾਲ ਨਹੀਂ ਕੰਮ ਚੱਲਦਾ। ਉਹਨਾਂ ਦੇ ਪ੍ਰੋਫਾਈਲ ਵੀ ਹੈਗੇ, ਸਾਰੇ ਲੋਕ ਪੜ੍ਹ ਲੈਣਗੇ। ਇਹ ਬੁਨਿਆਦੀ ਸਵਾਲ ਨਹੀਂ ਪ੍ਰਧਾਨ ਮੰਤਰੀ ਜਿਹੜਾ ਉਹਨਾਂ ਦੇ ਮੁਕਾਬਲੇ ਖੜਾ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਇਦੋਂ ਜ਼ਿਆਦਾ ਵੱਡਾ ਸਵਾਲ ਇਹ ਹੈ ਕਿ ਜਿਹੜੇ ਲੋਕਾਂ ਦੇ ਸਰੋਕਾਰ, ਜਿਹੜੇ ਲੋਕਾਂ ਦੀ ਜ਼ਿੰਦਗੀ ਨਾਲ ਜੁੜੀਆਂ ਹੋਈਆਂ ਚੀਜ਼ਾਂ ਨੇ, ਉੱਤੇ ਟਾਈਮ ਵੀ ਦਿਓ ਔਰ ਉਹਦੇ ਤੇ ਸੁਣੋ ਲੋਕ ਕੀ ਕਹਿੰਦੇ ਨੇ, ਉਹਨਾਂ ਦੇ ਬਿਹਾਫ ਤੇ ਵਿਰੋਧੀ ਧਿਰ ਕੀ ਕਹਿੰਦੀ ਹੈ, ਤੁਹਾਡੇ ਆਪਣੇ ਅੰਦਰੋਂ ਵੀ ਬੰਦੇ ਕੀ ਕਹਿੰਦੇ ਨੇ, ਕਈ ਸ਼ਾਇਦ ਉਹਨਾਂ ਚੋਂ ਵੀ ਇਹ ਸਵਾਲ ਉਠਾਉਣ। ਉਹਨਾਂ ਨੂੰ ਸੁਣਨਾ ਬੜਾ ਜ਼ਰੂਰੀ ਹੈ। ਜਿਹੜੀ ਗਵਰਨਮੈਂਟ ਸੁਣਨ 'ਚ ਯਕੀਨ ਨਹੀਂ ਰੱਖਦੀ, ਉਹ ਗਵਰਨਮੈਂਟ ਲੋਕਾਂ ਦਾ ਭਲਾ ਕਿਵੇਂ ਕਰ ਸਕਦੀ? ਬਿਲਕੁਲ। ਹਮੀਰ ਸਿੰਘ ਜੀ, ਆਖਰੀ ਸਵਾਲ ਹੈ। ਕਿਸਾਨਾਂ ਨੇ ਆਪਣੀ ਸੰਸਦ ਜਿਹੜੀ ਆ, ਉਹ ਕਹਿੰਦੇ ਅਸੀਂ ਵੀ ਪਾਰਲੀਮੈਂਟ ਵੱਲ ਜਦੋਂ ਕੂਚ ਕਰਨਾ, ਅਸੀਂ ਵੀ ਸੰਸਦ ਇੱਕ ਪਾਸੇ ਕਰਨੀ ਹੈ, ਦੂਜੇ ਪਾਸੇ ਸਦਨ ਦਾ ਇਜਲਾਸ ਚੱਲ ਰਿਹਾ। ਕਿਸਾਨ ਕਹਿੰਦੇ ਕਿ ਜੇਕਰ ਸਾਡੀ ਨਾ ਸੁਣੀ ਗਈ ਤਾਂ ਅਸੀਂ ਗ੍ਰਿਫਤਾਰੀਆਂ ਦੇਵਾਂਗੇ, ਜੇ ਸਾਨੂੰ ਨਾ ਸਾਡੀ ਜਿਹੜਾ ਉਹ ਸਦਨ ਚੱਲਣ ਦਿੱਤਾ ਗਿਆ, ਸਾਡਾ ਜਿਹੜਾ ਕਿਸਾਨਾਂ ਨੇ ਆਪਣੀ ਚਲਾਉਣੀ ਹੈ, ਉੱਥੇ ਚਰਚਾ ਕਰਨੀ ਹੈ। ਇਹਨੂੰ ਕਿੱਦਾਂ ਦੇਖਦੇ ਹੋ? ਨਹੀਂ, ਮੈਨੂੰ ਲੱਗਦਾ ਬਿਲਕੁਲ ਨਹੀਂ ਵਾਜਬ ਗੱਲ ਹੈ। ਉਹ ਤਾਂ ਫਾਰਮਰ ਕੋਈ ਘਰਾਓ ਕਰ ਨਹੀਂ ਜਾ ਰਹੇ, ਕੇਵਲ 200 ਬੰਦਾ ਜਾਣਾ ਹੈ, 200 ਬੰਦੇ ਨੇ ਜਾ ਕੇ ਆਪਣੀ ਇੱਕ ਗੱਲ ਕਰਨੀ ਹੈ। ਇਦੋਂ ਪਹਿਲਾਂ ਵੀ ਤਾਂ ਮੁਜ਼ਾਹਰੇ ਧਰਨੇ ਪਾਰਲੀਮੈਂਟ ਦੇ ਬਾਹਰ ਹੁੰਦੇ ਹੀ ਰਹੇ ਨੇ, ਲਗਾਤਾਰ ਵੱਡੇ ਵੀ ਹੁੰਦੇ ਰਹੇ ਨੇ, ਕਰਕੇ ਕੋਈ ਗੱਲ ਨਹੀਂ ਕੱਢੀ ਇੰਨੀ ਹੈ। ਜੇ ਤੁਸੀਂ ਉਹਦੀ ਇਜਾਜ਼ਤ ਵੀ ਨਹੀਂ ਦਿੰਦੇ, ਇਹਦਾ ਮਤਲਬ ਤੁਸੀਂ ਇੰਨੀ ਵੀ ਕਿਸੇ ਦੇਸ਼ ਦੇ ਨਾਗਰਿਕ ਦੀ ਕਦਰ ਨਹੀਂ ਕਰਦੇ ਕਿ ਉਹ ਬੈਠ ਕੇ ਆਪਣੀ ਗੱਲ ਕਰ ਸਕੇ। ਔਰ ਜੇ ਇਹ ਵੀ ਨਹੀਂ ਕਰੋਗੇ ਤਾਂ ਉਹ ਜਾਣਗੇ, ਤਾਂ ਸੁਭਾਵਿਕ ਤਰੀਕਾ ਫਿਰ ਉਹ ਕਹਿਣਗੇ ਵੀ ਅਸੀਂ ਤਾਂ ਜਾਵਾਂਗੇ ਜਾਂ ਗ੍ਰਿਫਤਾਰ ਕਰ ਲਓ। ਤੇ ਮੈਨੂੰ ਇਹ ਲੱਗਦਾ ਕਿ ਗਵਰਨਮੈਂਟ ਦਾ ਇਹ, ਜਿਵੇਂ ਅੱਜ ਤੱਕ ਗਵਰਨਮੈਂਟ ਦਾ ਹਰ ਪਾਸਾ ਉਹਦੇ ਉਲਟ ਪੈਂਦਾ ਰਿਹਾ। ਜਦੋਂ ਉਹਨੇ ਕਿਹਾ ਕਿ ਕਿਸਾਨੀ ਸੰਘਰਸ਼ ਖਾਲਿਸਤਾਨੀਆਂ ਦਾ, ਮਾਓਵਾਦੀਆਂ ਦਾ, ਪਾਕਿਸਤਾਨ ਸਪਾਂਸਰਡ ਹੈ, ਚੀਨ ਸਪਾਂਸਰਡ ਹੈ, ਉਹਨੂੰ ਉਲਟ ਪਿਆ। ਜਦੋਂ ਉਹਨੇ 26 ਜਨਵਰੀ ਨੂੰ ਟਰਾਈ ਕੀਤੀ ਕਿ ਇਹਨੂੰ ਆਈਸੋਲੇਟ ਕਰ ਦਿਓ ਸਿੱਖਾਂ ਤੇ ਬਾਕੀ ਦੇ ਵਿੱਚ, ਇਹ ਵੀ ਉਹਨੂੰ ਉਲਟ ਪਿਆ। ਜਦੋਂ ਉਹ ਕਹਿੰਦਾ ਵੀ ਖੇਤੀ ਦੇ ਕਾਨੂੰਨ ਤਾਂ ਬਹੁਤ ਵਧੀਆ ਨੇ ਕਿਸਾਨੀ ਦੇ ਨਾਲ ਸੰਬੰਧਿਤ, ਪਰ ਕਿਸਾਨੀ ਤੇ ਆਮ ਲੋਕ ਮਹਿਸੂਸ ਕਰ ਰਹੇ ਨੇ ਦੁਨੀਆ ਪੱਧਰ ਤੇ ਔਰ ਦੇਸ਼ ਪੱਧਰ ਦੇ ਉੱਤੇ ਇਹ ਗੱਲ ਪੂਰੀ ਤਰ੍ਹਾਂ ਸਥਾਪਿਤ ਹੋ ਚੁੱਕੀ ਹੈ ਕਿ ਐਡਾ ਵੱਡਾ ਸ਼ਾਨਦਾਰ ਸ਼ਾਂਤਮਈ ਅੰਦੋਲਨ ਜਿਹੜਾ ਹੈ, ਔਰ ਇਹਨੂੰ ਦੁਨੀਆ ਪੱਧਰ ਤੇ ਮਾਨਤਾ ਮਿਲੀ ਹੈ ਕਿ ਇਹੋ ਜਿਹਾ ਦੁਨੀਆ 'ਚ ਹੋਰ ਵੀ ਹੋਣੇ ਚਾਹੀਦੇ ਨੇ। ਔਰ ਇਹ ਵੀ ਮੈਨੂੰ ਲੱਗਦਾ ਗਵਰਨਮੈਂਟ ਨੇ ਕਿਤੇ ਅਜੇ ਕਿਸਾਨਾਂ ਨੇ ਤਾਂ ਨਹੀਂ ਸੀ ਫੈਸਲਾ ਕੀਤਾ, ਤੇ ਜਿਹੜਾ ਉਹ ਅਜੇ ਬੈਠ ਕੇ ਗੱਲ ਕਰਦੇ ਨੇ ਜੇਲ੍ਹ ਭਰੋ ਅੰਦੋਲਨ 'ਚ ਕਨਵਰਟ ਨਾ ਕਰਾ ਲੇ ਸਰਕਾਰ ਕਿਤੇ। ਜੇ ਉਹ ਜੇਲ੍ਹ ਭਰੋ ਅੰਦੋਲਨ 'ਚ ਤਬਦੀਲ ਹੋ ਜਾਂਦਾ ਹੈ ਤਾਂ ਹਜ਼ਾਰਾਂ ਲੱਖਾਂ ਕਿਸਾਨ ਜੇਲ੍ਹ ਜਾਣ ਲਈ ਵੀ ਜਿਹੜਾ ਤਿਆਰ ਹੋਏਗਾ, ਤਾਂ ਗਵਰਨਮੈਂਟ ਲਈ ਇਦੋਂ ਜ਼ਿਆਦਾ ਉਲਟਾ ਮੇਰਾ ਖਿਆਲ ਹੈ ਪੈਣ ਦੀ ਸੰਭਾਵਨਾ ਉਹਦੀ ਪਏਗੀ। ਕਿਉਂਕਿ ਕੱਲਾ ਇੰਨਾ ਨਹੀਂ ਤੁਸੀਂ ਕਰ ਸਕਦੇ ਮਨਮਾਨੇ ਢੰਗ ਦੇ ਨਾਲ, ਬਥੇਰੀਆਂ ਲਿਸਟਾਂ ਲੋਕ ਜਾਣ ਲਈ ਤਿਆਰ ਹੋਣਗੇ ਜਿਹੜਾ ਭਰਨ ਲਈ। ਇਸ ਤੋਂ ਪਹਿਲਾਂ ਵੀ ਮੋਰਚੇ ਲੱਗੇ ਜਿਹੜਾ ਭਰਨ ਲਈ। ਇਹ ਗੱਲਾਂ ਮੋਰਚੇ ਦੇ ਵਿੱਚ ਵੀ ਤੇ ਬਹੁਤ ਸਾਰੇ ਲੋਕ ਮੋਰਚੇ ਤੋਂ ਬਾਹਰ ਵੀ ਸਲਾਹਾਂ ਵੀ ਸੁਝਾਅ ਵੀ ਦਿੰਦੇ ਰਹੇ ਨੇ ਕਿ ਹੁਣ ਕੋਈ ਚਾਰਾ ਨਹੀਂ ਬਚਿਆ। ਜੇ ਗਵਰਨਮੈਂਟ ਆਏ ਬਾਹਰ ਬੈਠਿਆਂ ਦੀ ਸੁਣਦੀ ਨਹੀਂ ਤਾਂ ਉਹਨੂੰ ਕਹੋ ਵੀ ਸਾਨੂੰ ਜੇਲ੍ਹ 'ਚ ਕਰੋ, ਜਿਹੜੇ ਵੀ ਮਰਜ਼ੀ ਜਥਿਆਂ ਦੇ ਜਥੇ ਜਾਣ ਤੇ ਜੇਲ੍ਹਾਂ ਦੇ ਵਿੱਚ ਜਾ ਕੇ ਇੱਕ ਦੁਨੀਆ ਨੂੰ ਦਿਖਾਇਆ ਜਾਏ ਤੇ ਦੇਸ਼ ਨੂੰ ਦਿਖਾਇਆ ਜਾਏ ਕਿ ਸਾਡੀ ਗੱਲ ਨਹੀਂ ਸੁਣਦੇ। ਔਰ ਇਹ ਇੱਕ ਸੰਘਰਸ਼ ਦੀ ਦੂਜੀ ਨਵੀਂ ਫਾਰਮ ਹੋ ਜਾਏਗੀ, ਇਹਦੇ ਵਿੱਚੋਂ ਨਿਕਲ ਆਏਗੀ, ਇੱਕ ਨਵਾਂ ਤਰੀਕਾ ਨਿਕਲੇਗਾ। ਜਮਹੂਰੀਅਤ ਦੇ ਵਿੱਚ ਹੋਰ ਕੋਈ ਰਸਤਾ ਵੀ ਨਹੀਂ ਤੁਹਾਡੇ ਕੋਲ, ਫਿਰ ਗ੍ਰਿਫਤਾਰੀ ਦੇਵੋਗੇ ਤੁਸੀਂ ਕਹੋਗੇ ਜਾਂ ਤਾਂ ਸਾਨੂੰ ਚੱਕ ਕੇ ਥਾਣੇ ਬੰਦ ਕਰ ਦਿਓ ਜਾਂ ਕੁੱਟੋ ਮਾਰੋ, ਹੋਰ ਤਾਂ ਕੋਈ ਸਾਡੇ ਕੋਲ ਤਾਂ ਕੋਈ ਤਰੀਕਾ ਨਹੀਂ। ਅਸੀਂ ਤਾਂ ਪੀਸਫੁਲ ਤਰੀਕੇ ਦੇ ਨਾਲ ਆਪਣੀ ਇੱਕ ਗੱਲ ਕਹਿਣਾ ਚਾਹੁੰਦੇ ਹਾਂ। ਜੇ ਉਹ ਗੱਲ ਦੀ ਵੀ ਇਜਾਜ਼ਤ ਨਹੀਂ ਦਿੰਦੇ ਤਾਂ ਜੇਲ੍ਹਾਂ ਤੋਂ ਬਿਨਾਂ, ਗ੍ਰਿਫਤਾਰੀਆਂ ਤੋਂ ਬਿਨਾਂ ਕੋਈ ਹੋਰ ਚਾਰਾ ਨਹੀਂ। ਔਰ ਗ੍ਰਿਫਤਾਰੀਆਂ ਦੇਣਾ ਇੱਕ ਨਵਾਂ ਰੂਪ ਹੋਏਗਾ ਅੰਦੋਲਨ ਦਾ, ਤੇ ਹੋ ਸਕਦਾ ਹੈ ਗ੍ਰਿਫਤਾਰੀਆਂ ਦਾ ਸਿਲਸਿਲਾ ਅੱਗੇ ਵੱਧ ਜੇ ਤੇ ਵਿਆਪਕ ਰੂਪ ਵੀ ਅਖਤਿਆਰ ਕਰ। ਬਿਲਕੁਲ ਬਿਲਕੁਲ, ਸ਼ੁਕਰੀਆ ਅਮੀਰ ਸਿੰਘ ਜੀ, ਧੰਨਵਾਦ ਸਾਨੂੰ ਸਮਾਂ ਦੇਣ ਲਈ ਜੀ। ਸੀਨੀਅਰ ਪੱਤਰਕਾਰ ਸਰਦਾਰ ਹਮੀਰ ਸਿੰਘ, ਪੈਕਸਟੋਸ ਦੀ ਰਿਪੋਰਟ ਤੇ ਕਿਸਾਨੀ ਅੰਦੋਲਨ ਦੇ ਵਿਚਾਲੇ ਪਾਰਲੀਮੈਂਟ ਦੇ ਵਿੱਚ ਜੋ ਕੁਝ
ਇਸ ਮੁੱਦੇ ਉੱਤੇ ਬਹਿਸ ਜਾਂ ਚਰਚਾ ਹੋ ਰਹੀ ਹੈ ਜਾਂ ਇਸ ਮੁੱਦੇ ਤੇ ਸਰਕਾਰ ਜਿਹੜੀ ਆ ਉਹ ਜਵਾਬਦੇਹ ਨਹੀਂ ਹੋ ਰਹੀ, ਉਸ ਉੱਤੇ ਅਸੀਂ ਗੱਲਬਾਤ ਕੀਤੀ ਹੈ। ਤੁਸੀਂ ਆਪਣੇ ਵਿਚਾਰ ਕਮੈਂਟ ਜ਼ਰੂਰ ਕਰਿਓ। ਪੰਜਾਬਿਸਤਾਨ ਟੀਵੀ ਨੂੰ ਸਬਸਕ੍ਰਾਈਬ ਕਰੋ। ਮੈਨੂੰ ਇਜਾਜ਼ਤ ਦਿਓ। ਧੰਨਵਾਦ।